Good morning, students. I am Vishki Verma. Presently, I am working in Government Girls Senior Secondary School, Maharaj, as a computer faculty. Today, we will discuss on the chapter number 3 of 11th class, constants, variables, and data types. That is, constants, variables, and data types. Means आज ਅਸੀਂ ਜਿਹੜਾ ਚੈਪਟਰ ਨੰਬਰ 3 11ਵੀਂ ਜਮਾਤ ਦਾ ਕਨਸਟੈਂਟਸ ਵੇਰੀਏਬਲਸ ਤੇ ਡਾਟਾ ਟਾਈਪਸ ਬਾਰੇ ਡਿਸਕਸ ਕਰਾਂਗੇ। ਬੱਚਿਓ ਇਹ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਚੈਪਟਰ ਨੰਬਰ 1 ਤੇ 2 ਪੜ੍ਹਿਆ ਹੈ 11th ਕਲਾਸ ਦੇ ਬੱਚਿਆਂ ਨੇ। ਉਹਦੇ ਵਿੱਚ ਅਸੀਂ ਕੀ ਡਿਸਕਸ ਕੀਤਾ ਸੀ? ਚੈਪਟਰ ਨੰਬਰ 2 ਦੇ ਵਿੱਚ ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਦੀ ਭੂਮਿਕਾ। ਤਾਂ ਇਹਦੇ ਵਿੱਚ ਤੁਸੀਂ ਕੀ ਦੇਖਿਆ ਸੀਗਾ ਕਿ ਜਿਹੜਾ ਸੀ ਪ੍ਰੋਗਰਾਮ ਦਾ ਸਟਰਕਚਰ ਹੈਗਾ ਉਹਦੇ ਬਾਰੇ ਤੁਸੀਂ ਪੜ੍ਹਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਹੈਡਰ ਫਾਈਲਸ ਲਗਾਉਂਦੇ ਹਾਂ, ਫਿਰ ਅਸੀਂ ਮੇਨ ਫੰਕਸ਼ਨ ਲਗਾਉਂਦੇ ਹਾਂ, ਫਿਰ ਅਸੀਂ ਕਰਲੀ ਬ੍ਰੇਸਿਸ ਸਟਾਰਟ ਕਰਦੇ ਹਾਂ, ਫਿਰ ਅਸੀਂ ਜੋ ਵੀ ਹੈ ਆਪਣਾ ਵੇਰੀਏਬਲਸ ਡਾਟਾ ਟਾਈਪਸ ਜਾਂ ਫਿਰ ਜੋ ਵੀ ਅਸੀਂ ਉਹਨਾਂ ਨੂੰ ਅਸਾਈਨਮੈਂਟਸ ਮੁੱਲ ਦਿੰਦੇ ਹਾਂ ਉਹ ਠੀਕ ਹੈ। ਫਿਰ ਅਸੀਂ ਕਲੀਅਰ ਸਕਰੀਨ ਲਗਾਉਂਦੇ ਹਾਂ, ਜੋ ਸਾਡੀ ਇਨਪੁਟ ਆਊਟਪੁੱਟ ਫੰਕਸ਼ਨਸ ਹੈ ਪ੍ਰਿੰਟਐਫ ਸਕੈਨਐਫ ਅਸੀਂ ਉਹ ਲਗਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਗੈਟ CH ਲਗਾ ਕੇ ਆਪਣਾ ਪ੍ਰੋਗਰਾਮ ਖਤਮ ਕਰਦੇ ਹਾਂ। ਠੀਕ ਹੈ, ਤਾਂ ਇਹ ਸਾਰਾ ਸਟਰਕਚਰ ਸੀ ਜਿਹੜਾ ਤੁਸੀਂ ਉਸ ਬਾਰੇ ਪੜ੍ਹਿਆ। ਠੀਕ ਹੈ, ਹੁਣ ਉਸ ਦੇ ਵਿੱਚ ਜਿਹੜੀਆਂ ਅਸੀਂ ਟਰਮੀਨੋਲੋਜੀ ਯੂਜ਼ ਕਰਦੇ ਹਾਂ, ਲਾਈਕ ਹੁਣ ਟਰਮੀਨੋਲੋਜੀ ਅਸੀਂ ਜੋ ਵੀ ਯੂਜ਼ ਕਰਦੇ ਹਾਂ ਹੈਸ਼ ਹੈਡਰ ਫਾਈਲਸ ਵਗੈਰਾ, ਤਾਂ ਹੁਣ ਉਹ ਜਿਹੜੀ ਮੇਨ ਬੋਡੀ ਹੈ ਸਾਡੇ ਪ੍ਰੋਗਰਾਮ ਦੀ, ਉਹਦੇ ਵਿੱਚ ਜਿਹੜੀ ਸਭ ਤੋਂ ਸਾਡੇ ਕੋਲ ਸਭ ਤੋਂ ਪਹਿਲੀ ਲਾਈਨ ਹੁੰਦੀ ਹੈ ਉਹ ਤੁਸੀਂ ਇਸ ਤਰ੍ਹਾਂ ਲਿਖਦੇ ਹੋ ਕਿ ਇੰਟ x = 2। ਇਹ ਮੈਂ ਇੱਕ ਐਗਜ਼ਾਮਪਲ ਲਈ ਹੈ, ਇੰਟ x = 2। ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਬਣਾਉਂਦੇ ਹਾਂ ਤੁਸੀਂ ਇਹ ਸਟੇਟਮੈਂਟ ਪੜ੍ਹੀ ਹੋਣੀ ਹੈ, ਦੇਖੀ ਹੋਣੀ ਹੈ ਕਿਤੇ ਲਿਖੀ ਹੋਈ। ਠੀਕ ਹੈ, ਹੁਣ ਤੁਹਾਨੂੰ ਮੈਂ ਇਹਦਾ ਜੇ ਸਿੰਟੈਕਸ ਦੱਸਾਂ, ਇਹਦਾ ਸਿੰਟੈਕਸ ਕੀ ਹੈ ਕਿ ਜਿਹੜਾ ਸਾਡਾ ਇੰਟ ਹੈ ਉਹ ਕੀ ਹੈ? ਡੇਟਾ ਟਾਈਪ। ਜੋ ਸਾਡਾ x ਹੈ ਉਹ ਕੀ ਹੈ? ਵੇਰੀਏਬਲ। ਤੇ ਜੋ ਸਾਡਾ 2 ਹੈ ਉਹ ਕੀ ਹੈ? ਕਨਸਟੈਂਟ। ਕਲੀਅਰ? ਮੀਨਸ ਹੁਣ ਜਿਹੜਾ ਅਸੀਂ ਚੈਪਟਰ ਪੜ੍ਹਨ ਜਾ ਰਹੇ ਹਾਂ ਅੱਜ, 3rd ਚੈਪਟਰ ਕਨਸਟੈਂਟ ਵੇਰੀਏਬਲ ਐਂਡ ਡਾਟਾ ਟਾਈਪ। ਸੋ ਅਸੀਂ ਆਹ ਜਿਹੜੀਆਂ ਟਰਮਸ ਹੈ ਸਾਡੀਆਂ ਵਾਲੀਆਂ ਅਸੀਂ ਇਹਨਾਂ ਬਾਰੇ ਡਿਸਕਸ ਕਰਾਂਗੇ, ਇਹਨਾਂ ਬਾਰੇ ਤੁਹਾਨੂੰ ਸਮਝਾਵਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਜੋ ਪੜ੍ਹਾਂਗੇ ਇਸ ਦੇ ਬਾਰੇ ਉਹ ਸਾਡਾ ਹੈ ਡੇਟਾ type. What is data type? Data type ਕੀ ਹੁੰਦਾ ਹੈ? Data means value, type means ਕਿਸਮ। ਠੀਕ ਹੈ, ਮੀਨਸ ਕੀ ਹੈ? ਡਾਟਾ ਕੀ ਹੈ? ਡਾਟਾ ਮੀਨਸ ਉਹ ਵੈਲਿਊ, ਉਹ ਕੀਮਤ ਜਿਹੜੀ ਕਿ ਉਹ ਅੰਕ ਜਿਹੜਾ ਕਿ ਅਸੀਂ ਲੈਣਾ ਹੈ। ਠੀਕ ਹੈ, ਟਾਈਪ ਮਤਲਬ ਕਿਸਮ, ਵੀ ਜਿਹੜਾ ਅਸੀਂ ਅੰਕ ਲਵਾਂਗੇ ਉਹ ਕਿਸ ਕਿਸਮ ਦਾ ਹੋਊਗਾ। ਠੀਕ ਹੈ, ਡੇਟਾ ਟਾਈਪਸ ਦਾ ਮਤਲਬ ਵੈਲਿਊ ਦੀ ਕਿਸਮ, ਵੀ ਜੋ ਅਸੀਂ ਅੰਕ ਲੈਣਾ ਹੈ ਉਹ ਅਸੀਂ ਕਿਸ ਤਰ੍ਹਾਂ ਦਾ ਲੈਣਾ ਹੈ। ਠੀਕ ਹੈ, ਤਾਂ ਡੇਟਾ ਟਾਈਪ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇਹਦੀਆਂ ਟਾਈਪਸ ਬਾਰੇ ਡਿਸਕਸ ਕਰੀਏ ਕਿ ਡੇਟਾ ਟਾਈਪਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ। ਡੇਟਾ ਟਾਈਪਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ? ਮੇਨ ਇਹ 2 ਤਰ੍ਹਾਂ ਦੀਆਂ ਹੁੰਦੀਆਂ, ਬੇਸਿਕ ਐਂਡ ਯੂਜ਼ਰ ਡਿਫਾਈਨਡ। ਡੇਟਾ ਟਾਈਪਸ ਮੇਨਲੀ 2 ਤਰ੍ਹਾਂ ਦੀਆਂ ਹੁੰਦੀਆਂ, ਬੇਸਿਕ ਐਂਡ ਯੂਜ਼ਰ ਡਿਫਾਈਨਡ। ਜਿਹੜੀਆਂ ਬੇਸਿਕ ਟਾਈਪਸ ਹੁੰਦੀਆਂ ਉਹ ਸਾਡੀਆਂ ਹੁੰਦੀਆਂ ਬੇਟਾ, ਉਹ ਸਾਡੀਆਂ ਹੁੰਦੀਆਂ ਇੰਟੀਜਰ, ਫਲੋਟ, ਕੈਰ। ਹੁੰਦੀਆਂ ਤਾਂ ਬਹੁਤ ਹੈ ਬੇਸਿਕ ਟਾਈਪਸ, ਬਟ ਜਿਹੜੀ ਤੁਹਾਨੂੰ ਜ਼ਰੂਰਤ ਹੈ ਜਾਂ ਤੁਸੀਂ ਜਿਹੜੀਆਂ ਕਰ ਸਕਦੇ ਹੋ ਜਾਂ ਜਿਹੜੀਆਂ ਤੁਸੀਂ ਆਪਣੇ ਸਿਲੇਬਸ ਦੇ ਅਕੋਰਡਿੰਗ ਪੜ੍ਹੋਗੇ ਉਹ ਤੁਹਾਡੀਆਂ ਹੈਗੀਆਂ ਇੰਟ, ਫਲੋਟ ਐਂਡ ਕੈਰ। ਇਹਨਾਂ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਤੇ ਜਿਹੜੀਆਂ ਯੂਜ਼ਰ ਡਿਫਾਈਨਡ ਹੈ ਉਹ ਤੁਹਾਡੀਆਂ ਹੈਗੀਆਂ ਐਰੇਜ਼, ਸਟਰਕਚਰ, ਯੂਨੀਅਨ। ਜੋ ਸਾਡੀਆਂ ਯੂਜ਼ਰ ਡਿਫਾਈਨਡ ਡੇਟਾ ਟਾਈਪਸ ਹੈ ਉਹਨਾਂ ਬਾਰੇ ਅਸੀਂ ਫਿਲਹਾਲ ਡਿਸਕਸ ਨਹੀਂ ਕਰਾਂਗੇ। ਇਸ ਦਾ ਕਾਰਨ ਇਹ ਹੈ ਕਿ ਜਿਹੜੀਆਂ ਇਹ ਡਾਟਾ ਟਾਈਪਸ ਹੈ ਯੂਜ਼ਰ ਡਿਫਾਈਨਡ ਸਾਡੀਆਂ ਐਰੇ, ਸਟਰਕਚਰ ਤੇ ਯੂਨੀਅਨ, ਇਹ ਕੀ ਹੈ ਕਿ ਇਹ ਥੋੜ੍ਹੀਆਂ ਵਾਈਡ ਐਕਸਪਲੇਨੇਸ਼ਨ ਦੇ ਵਿੱਚ ਚਲੀਆਂ ਜਾਂਦੀਆਂ। ਫਿਲਹਾਲ ਤੁਹਾਨੂੰ ਇਹਨਾਂ ਦੀ ਜ਼ਰੂਰਤ ਨਹੀਂ, ਇਹ ਤੁਹਾਡੇ ਪ੍ਰੋਪਰ ਚੈਪਟਰ ਆਉਣਗੇ ਅੱਗੇ ਜਦੋਂ ਤੁਸੀਂ 11th ਦਾ ਸਿਲੇਬਸ ਅੱਗੇ 8th 9th ਚੈਪਟਰ ਤੁਹਾਡਾ ਹੈਗਾ ਐਰੇ ਸਟਰਕਚਰਸ ਦਾ। ਤੁਸੀਂ ਜਦੋਂ ਇਹ ਚੈਪਟਰ ਪੜ੍ਹੋਗੇ ਆਪਾਂ ਇਹਨਾਂ ਡਾਟਾ ਟਾਈਪਸ ਬਾਰੇ ਡਿਸਕਸ ਡਿਟੇਲ 'ਚ ਉਦੋਂ ਹੀ ਕਰਾਂਗੇ।
ਫਿਲਹਾਲ ਜਿਹੜੀਆਂ ਤੁਹਾਡੀ ਬੇਸਿਕਲੀ ਯੂਜ਼ ਹੋਣ ਵਾਲੀਆਂ ਡਾਟਾ ਟਾਈਪਸ ਹੈ ਇੰਟੀਜਰ, ਫਲੋਟ ਤੇ ਕੈਰ, ਅਸੀਂ ਉਹਨਾਂ ਬਾਰੇ ਡਿਸਕਸ ਕਰਾਂਗੇ। ਅਸੀਂ ਅੱਜ ਡਿਸਕਸ ਕਰਾਂਗੇ ਇੰਟ, ਫਲੋਟ ਤੇ ਕੈਰ ਬਾਰੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਟ। ਦਿਸ ਇਜ਼ ਅ ਡਾਟਾ ਟਾਈਪ ਇੰਟ, ਠੀਕ ਹੈ। ਇਹਨੂੰ ਅਸੀਂ ਲਿਖਦੇ ਕੀ ਆ, ਇੰਟ। ਇਹ ਸਮੋਲ ਲੈਟਰਸ ਦੇ ਵਿੱਚ ਹੀ ਲਿਖੇ ਜਾਂਦੇ ਆ, ਕੋਈ ਕੈਪੀਟਲ ਲੈਟਰ ਇਹਦੇ ਵਿੱਚ ਯੂਜ਼ ਨਹੀਂ ਹੁੰਦਾ। ਤੇ ਇਹਨੂੰ ਅਸੀਂ ਕਹਿੰਦੇ ਕੀ ਆ, ਇੰਟੀਜਰ। ਕੀ ਹੈ ਇਹ? ਇੰਟੀਜਰ ਡਾਟਾ ਟਾਈਪ ਹੈ। ਜਿਹੜਾ ਇੰਟੀਜਰ ਡਾਟਾ ਟਾਈਪ ਹੈ ਇਹ ਕੀ ਕਰਦਾ ਹੈ, ਇਹ ਸਿਰਫ ਮਤਲਬ ਬਿਨਾਂ ਫ੍ਰੈਕਸ਼ਨਲ ਵੈਲਿਊ, ਬਿਨਾਂ ਫ੍ਰੈਕਸ਼ਨ, ਬਿਨਾਂ ਡੈਸੀਮਲ ਪੁਆਇੰਟਸ ਵਾਲੀਆਂ ਵੈਲਿਊਜ਼ ਲੈਂਦਾ ਮੈਮਰੀ ਦੇ ਵਿੱਚ। ਮੀਨਸ 45, 332, 46। ਦੇਖੋ ਬੱਚਿਓ, ਇਹ ਸਾਰੀਆਂ ਜਿਹੜੀਆਂ ਵੈਲਿਊਜ਼ ਲਈਆਂ ਇਹਨਾਂ ਵਿੱਚ ਮੈਂ ਕੋਈ ਡੈਸੀਮਲ ਪੁਆਇੰਟ ਨਹੀਂ ਲਿਆ। ਤਾਂ ਜਿਹੜੀਆਂ ਤੁਹਾਡੀਆਂ ਇਹ ਵੈਲਿਊਜ਼ ਹੈ ਬਿਨਾਂ ਡੈਸੀਮਲ ਪੁਆਇੰਟ ਦੇ, ਇਹ ਤੁਹਾਡੀਆਂ ਵੈਲਿਊਜ਼ ਨੂੰ ਅਸੀਂ ਕੀ ਕਵਾਂਗੇ, ਇੰਟੀਜਰ ਵੈਲਿਊਜ਼। ਬਟ ਇਟ ਕੈਨ ਬੀ ਪੋਜ਼ੀਟਿਵ ਔਰ ਨੈਗੇਟਿਵ। ਬਟ ਇਹ ਪੋਜ਼ੀਟਿਵ ਵੀ ਹੋ ਸਕਦੀਆਂ, ਨੈਗੇਟਿਵ ਵੀ ਹੋ ਸਕਦੀਆਂ। ਤਾਂ ਇਹਦੀ ਵੈਲਿਡ ਐਗਜ਼ਾਮਪਲ ਹੋਰ ਕੀ ਹੈ, 42 -61। ਤਾਂ ਇਹ ਸਾਰੀਆਂ ਪੋਜ਼ੀਟਿਵ ਵੈਲਿਊ, ਇਹ ਸਾਰੀਆਂ ਨੈਗੇਟਿਵ ਵੈਲਿਊ ਹੈ। ਤੇ ਇਹ ਸਾਰੀਆਂ ਬਿਨਾਂ ਫ੍ਰੈਕਸ਼ਨਲ ਦੇ ਜਿਹੜੀ ਵੀ ਵੈਲਿਊਜ਼, ਚਾਹੇ ਉਹ ਪੋਜ਼ੀਟਿਵ ਹੈ, ਨੈਗੇਟਿਵ ਹੈ, ਉਹਨੂੰ ਅਸੀਂ ਕੀ ਕਵਾਂਗੇ, ਇੰਟੀਜਰ ਵੈਲਿਊਜ਼, ਇੰਟੀਜਰ ਡਾਟਾ ਟਾਈਪਸ, ਠੀਕ ਹੈ। ਜੇ ਅਸੀਂ ਆਪਣੇ ਵੇਰੀਏਬਲ ਦੇ ਅੱਗੇ ਇੰਟ ਲਿਖਤਾ ਤਾਂ ਇਹਦਾ ਮਤਲਬ ਇਹ ਹੈ ਕਿ ਉਸ ਵੇਰੀਏਬਲ ਦੇ ਵਿੱਚ ਜਿਹੜੀ ਵੈਲਿਊ ਜਾਊਗੀ ਜਾਂ ਮੈਮਰੀ ਦੇ ਵਿੱਚ ਸਟੋਰ ਹੋਊਗੀ ਉਹ ਕਿਹੜੇ ਟਾਈਪ ਦੀ ਹੋਏਗੀ, ਇੰਟੀਜਰ ਟਾਈਪ ਦੀ ਹੋਏਗੀ, ਠੀਕ ਹੈ। ਇੱਕ ਗੱਲ ਹੋਰ ਯਾਦ ਰੱਖਣੀ ਹੈ ਤੁਸੀਂ, ਜਿਹੜਾ ਸਾਡਾ ਇੰਟੀਜਰ ਹੁੰਦਾ ਉਹ ਕਿੰਨੇ ਬਾਈਟਸ ਲੈਂਦਾ, 2 ਬਾਈਟਸ। ਇੰਟੀਜਰ ਕਿੰਨੇ ਬਾਈਟਸ ਲੈਂਦਾ, 2 ਬਾਈਟਸ। ਹੁਣ ਤੁਹਾਨੂੰ ਬਾਈਟਸ ਵਾਲੀ ਟਰਮ ਕਲੀਅਰ ਹੋਣੀ ਚਾਹੀਦੀ ਹੈ। ਬਾਈਟਸ ਕੀ ਹੈ, ਤੁਹਾਨੂੰ ਪਤਾ ਹੈ ਕਿ 8 ਬਿਟਸ ਦੀ ਕਲੈਕਸ਼ਨ ਨੂੰ ਕੀ ਕਿਹਾ ਜਾਂਦਾ ਹੈ, 1 ਬਾਈਟ। 1 ਬਾਈਟ ਕਿਹਦੇ ਬਰਾਬਰ ਹੁੰਦਾ ਹੈ, 8 ਬਿਟਸ ਦੀ ਕਲੈਕਸ਼ਨ ਨੂੰ। ਹੁਣ ਬਿਟ ਕੀ ਹੈ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ। ਜਿਹੜੀ ਬਿਟ ਹੈਗੀ ਹੈ ਉਹ 2 ਫਾਰਮਸ ਦੇ ਵਿੱਚ ਹੁੰਦੀ ਹੈ, 0 ਤੇ 1 'ਚ, ਠੀਕ ਹੈ। ਇਹ ਥੋੜਾ ਡੀਪ ਆਪਾਂ ਚਲੇ ਗਏ, ਬਟ ਇਹ ਕਲੀਅਰ ਹੋਣਾ ਤੁਹਾਨੂੰ ਜ਼ਰੂਰੀ ਹੈ ਕਿ ਜਿਹੜੀ ਬਿਟ ਹੈਗੀ ਹੈ ਉਹ 0 ਤੇ 1 ਫਾਰਮ 'ਚ ਹੁੰਦੀ ਹੈ, ਠੀਕ ਹੈ। ਤਾਂ ਕਲੈਕਸ਼ਨ ਆਫ ਬਿਟਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, 1 ਬਾਈਟ। ਕਲੈਕਸ਼ਨ ਆਫ 8 ਬਿਟਸ ਨੂੰ, ਠੀਕ ਹੈ। ਮੀਨਸ ਮੰਨ ਲਓ ਅਸੀਂ ਨੰਬਰ ਲਿਖਣਾ ਹੈ 53, ਠੀਕ ਹੈ। ਤਾਂ 5 ਨੂੰ ਮੈਮਰੀ ਦੇ ਵਿੱਚ ਕਿਵੇਂ ਲਿਖਿਆ ਜਾਵੇਗਾ, 0101। ਤੇ 3 ਨੂੰ ਕਿਵੇਂ ਲਿਖਿਆ ਜਾਵੇਗਾ, 0011। ਕਿੰਨੀਆਂ ਬਿਟਸ ਹੋ ਗਈਆਂ, ਕਾਊਂਟ ਕਰੋ, 1 2 3 4 5 6 7 8। ਤਾਂ ਕਲੈਕਸ਼ਨ ਆਫ 8 ਬਿਟਸ ਨੂੰ ਕੀ ਕਵਾਂਗੇ ਅਸੀਂ, ਕਿਹਦੇ ਇਕੁਅਲ ਹੈ, 1 ਬਾਈਟ, ਠੀਕ ਹੈ। ਤਾਂ ਕਲੈਕਸ਼ਨ ਆਫ 8 ਬਿਟਸ ਇਜ਼ ਇਕੁਅਲ ਟੂ 1 ਬਾਈਟ ਐਂਡ ਇੰਟੀਜਰ ਕਿੰਨੀਆਂ ਬਾਈਟਸ ਲੈਂਦਾ ਹੈ, 2 ਬਾਈਟਸ। ਤਾਂ ਕਲੈਕਸ਼ਨ ਆਫ 16 ਬਿਟਸ ਇਜ਼ ਕਾਲਡ 2 ਬਾਈਟ ਇੰਟੀਜਰ, ਠੀਕ ਹੈ। ਤੁਸੀਂ ਇਹ ਟਰਮ ਅੰਡਰਸਟੈਂਡ ਕਰਨੀ ਹੈ ਕਿ ਤੁਹਾਡਾ ਜਿਹੜਾ ਇੰਟੀਜਰ ਹੈ ਉਹ ਕਿੰਨੀਆਂ ਬਾਈਟਸ ਲੈਂਦਾ, 2 ਬਾਈਟਸ ਲੈਂਦਾ, ਠੀਕ ਹੈ। ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਡਾਟਾ ਟਾਈਪ ਹੈ ਬੇਟਾ ਉਹ ਹੈ ਫਲੋਟ ਡਾਟਾ ਟਾਈਪ। ਫਲੋਟ, FLOAT। ਅਸੀਂ ਇਹਨੂੰ ਇੰਟ ਲਿਖਦੇ ਸੀ, ਇੰਟ ਬੋਲਦੇ ਸੀ, ਲਿਖਦੇ ਸੀ, ਬਟ ਇਹਨੂੰ ਕਹਿੰਦੇ ਕੀ ਹੈ, ਇੰਟੀਜਰ। ਇਹ ਫਲੋਟ ਹੈ, ਇਹਨੂੰ ਅਸੀਂ ਰੀਅਲ ਵੀ ਕਹਿ ਦਿੰਦੇ ਹਾਂ, ਰੀਅਲ ਨੰਬਰਸ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਫਲੋਟ ਵੀ ਕਹਿ ਦਿੰਦੇ ਹਾਂ, ਓਕੇ। ਇਹ ਰੀਅਲ ਨੰਬਰਸ ਵੀ ਨੇ, ਫਲੋਟ ਵੀ ਹੈ। ਤੇ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੈਲਿਊ ਹੈਗੀ ਹੈ ਉਹ ਹੈਗੀ ਹੈ 3.4। ਮਤਲਬ ਡੈਸੀਮਲ ਵੈਲਿਊ, ਫ੍ਰੈਕਸ਼ਨਲ ਵੈਲਿਊ ਜਿਹੜੀ ਹੈਗੀ ਆ ਉਹ ਅਸੀਂ ਲੈ ਸਕਦੇ ਹਾਂ 3.4। ਇਹਦੀ ਐਗਜ਼ਾਮਪਲ ਆ ਗਈ 44.6, ਠੀਕ ਹੈ। ਦੇਖੋ ਮੈਂ ਡੈਸੀਮਲ ਪੁਆਇੰਟਸ ਲੈ ਰਹੀ ਹਾਂ, ਇਹ ਵੀ ਮਾਈਨਸ ਪਲੱਸ 'ਚ ਹੋ ਸਕਦੇ ਹੈ। ਤਾਂ ਇਹ ਇਹਦੀ ਵੈਲਿਡ ਐਗਜ਼ਾਮਪਲ ਹੈ। ਤਾਂ ਫਲੋਟ ਹੈ ਜਿਹੜਾ ਤੁਹਾਡੀ ਕਿੰਨੀਆਂ ਬਾਈਟਸ ਲੈਂਦਾ, 4 ਬਾਈਟਸ। ਫਲੋਟ ਕਿੰਨੀਆਂ ਬਾਈਟਸ ਲਏਗਾ, 4 ਬਾਈਟਸ। ਹੁਣ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਦੁਬਾਰਾ ਇੱਥੇ ਬਾਈਟਸ ਬਿਟਸ ਵਾਲੀ ਟਰਮ ਸਮਝਾਉਣ ਦੀ ਜ਼ਰੂਰਤ ਹੈ। ਤੁਸੀਂ ਇਹ ਚੀਜ਼ ਅੰਡਰਸਟੈਂਡ ਕਰਨੀ ਹੈ ਕਿ ਜਿਹੜਾ ਫਲੋਟ ਹੈ ਤੁਹਾਡੀਆਂ ਕਿੰਨੀਆਂ ਬਾਈਟਸ ਲਵੇਗਾ, ਫਲੋਟ। ਤੇ ਜਿਹੜਾ ਡਾਟਾ ਟਾਈਪ ਇਹਦੇ ਲਈ ਯੂਜ਼ ਹੁੰਦਾ ਉਹ ਕੀ ਲਿਖਦੇ ਹੁੰਦੇ ਹਾਂ ਅਸੀਂ, ਫਲੋਟ। ਮੀਨਸ ਜੇ ਅਸੀਂ ਕੋਈ ਵੇਰੀਏਬਲ ਲੈਣਾ ਹੈ ਉਹਦੇ ਵਿੱਚ ਅਸੀਂ ਇੰਟੀਜਰ ਟਾਈਪ ਦੀ ਵੈਲਿਊ ਪਾਣੀ ਹੈ ਤਾਂ ਸਾਨੂੰ ਕਿਹੜਾ ਡਾਟਾ ਟਾਈਪ ਲੈਣਾ ਪਵੇਗਾ, ਇੰਟ ਲੈਣਾ ਪਵੇਗਾ। ਤੇ ਜੇ ਅਸੀਂ ਕੋਈ ਫ੍ਰੈਕਸ਼ਨਲ ਵੈਲਿਊ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕਿਹੜਾ ਡਾਟਾ ਟਾਈਪ ਲੈਣਾ ਪਵੇਗਾ, ਫਲੋਟ ਲੈਣਾ ਪਵੇਗਾ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਕੈਰ। ਅਸੀਂ ਇਸ ਡਾਟਾ ਟਾਈਪ ਨੂੰ ਕੀ ਲਿਖਦੇ ਹੁੰਦੇ ਹਾਂ, ਕੈਰ। ਬਟ ਇਹ ਹੈ ਕਿ ਕਰੈਕਟਰ, ਠੀਕ ਹੈ। ਤਾਂ ਕਰੈਕਟਰ ਡਾਟਾ ਟਾਈਪ ਕੀ ਹੁੰਦਾ ਹੈ, ਇਹ ਹਮੇਸ਼ਾ 1 ਬਾਈਟ ਲੈਂਦਾ ਹੈ, ਯਾਨੀ ਕਿ ਇਹ 8 ਬਿਟਸ ਲਊਗਾ। ਇਹ ਕਿੰਨੀਆਂ ਬਾਈਟ ਲੈਂਦਾ ਹੈ, 1 ਬਾਈਟ। ਬੇਟਾ ਜਿਹੜਾ ਕਰੈਕਟਰ ਡਾਟਾ ਟਾਈਪ ਹੈ ਉਹ ਕੀ ਲਊਗਾ, ਇੱਕ ਸਿੰਗਲ ਐਲਫਾਬੈਟ, ਸਿੰਗਲ ਸਪੈਸ਼ਲ ਸਿੰਬਲ, ਈਵਨ ਸਿੰਗਲ ਸਪੇਸ, ਈਵਨ ਸਿੰਗਲ ਡਿਜਿਟ, ਠੀਕ ਹੈ। ਮੀਨਸ ਇਹਦੇ ਬਾਰੇ ਅਸੀਂ ਜਦੋਂ ਕੌਨਸਟੈਂਟਸ ਪੜਾਂਗੇ, ਡਿਟੇਲ ਦੇ ਵਿੱਚ ਪੜਾਂਗੇ, ਠੀਕ ਹੈ। ਤਾਂ ਜਿਹੜਾ ਕੈਰ ਡਾਟਾ ਟਾਈਪ ਹੈ ਉਹ ਕਰੈਕਟਰ ਲਏਗਾ। ਕਿਸ ਤਰ੍ਹਾਂ ਲਏਗਾ, ਜਿਵੇਂ ਇਹਦੇ ਵਿੱਚ ਅਸੀਂ ਸਿੰਗਲ ਐਲਫਾਬੈਟ ਸਟੋਰ ਕਰ ਸਕਦੇ ਹਾਂ, A ਸਟੋਰ ਕਰਤਾ,
पी स्टोर करता, कोई क्वेश्चन मार्क स्पैशल सिंबल है साडे कोल वो स्टोर करता, हैश है साडे कोल वो स्टोर करता। तो ये चीज़ां असीं किस दे किहड़े डाटा टाइप दे विच स्टोर करदे आ, कैट डाटा टाइप च। एक किवें स्टोर होनी है आपां अगे जाके पढ़ांगे, कॉन्सटेंट जदों पढ़ांगे। तुसीं ये चीज़ ध्यान च रखनी है कि जिहड़ा कैट डाटा टाइप है उन्होंने असीं करैक्टर कहने आ, वो 1 बाइट लैंदा है। तो ये विच असीं जिहड़ी साडी अल्फाबैटिकल वैल्यूज़ है, ठीक है, अल्फाबैट्स है ਜਾਂ फिर साडे स्पैशल सिंबल्स है ਜਾਂ साडी स्पेसिस है, ਅਸੀਂ ਇਹਨਾਂ ਨੂੰ ਕੀ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ। ਠੀਕ ਹੈ, ਇਟਸ ਆਲ ਅਬਾਊਟ ਯੂਅਰ ਬੇਸਿਕ ਡਾਟਾ ਟਾਈਪਸ। ਬੇਸਿਕ ਡਾਟਾ ਟਾਈਪਸ ਕਿਹੜੀਆਂ ਕਿਹੜੀਆਂ ਨੇ? ਇੰਟ, ਫਲੋਟ ਤੇ ਕੈਰ। Now user defined data types, ਜਿਹੜੀਆਂ यूजर डिफाइंड डाटा टाइप्स है वो ਕਿਹੜੀਆਂ ਸੀਗੀਆਂ ਆਪਣੀਆਂ? ਐਰੇਜ਼ ਤੇ ਸਟਰਕਚਰਸ। ਹੋਰ ਵੀ ਐਨਮਰੇਸ਼ਨਸ ਹੁੰਦੇ ਆ, ਯੂਨੀਅਨਸ ਹੁੰਦੀਆਂ। ਇਹ ਆਪਾਂ ਡਿਟੇਲ 'ਚ ਜਦੋਂ ਤੁਹਾਨੂੰ ਚੈਪਟਰ ਕਰਾਵਾਂਗੇ, ਐਰੇਜ਼ ਦਾ ਚੈਪਟਰ ਹੈ, ਸਟਰਕਚਰਸ ਦਾ ਚੈਪਟਰ ਹੈ, ਠੀਕ ਹੈ। ਜਦੋਂ ਤੁਸੀਂ ਇਹ ਚੈਪਟਰ ਡਿਟੇਲ ਦੇ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਇਹਨਾਂ ਡਾਟਾ ਟਾਈਪਸ ਬਾਰੇ ਡਿਟੇਲ ਦੇ ਵਿੱਚ ਨੈਕਸਟ ਲੈਕਚਰ ਦੇ ਵਿੱਚ ਦੱਸਿਆ ਜਾਵੇਗਾ। ਨੈਕਸਟ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਇੱਕ ਤੁਸੀਂ ਇਹ ਯਾਦ ਰੱਖਣਾ ਕਿ ਜਦੋਂ ਆਪਾਂ ਡਾਟਾ ਟਾਈਪਸ ਜਿਹੜੀਆਂ ਡਾਟਾ ਟਾਈਪਸ ਆਪਾਂ ਲਵਾਂਗੇ ਉਹਨਾਂ ਦੀ ਫਾਰਮੈਟ ਸਪੈਸੀਫਿਕੇਸ਼ਨ ਕੀ ਹੋਊਗੀ? ਬੇਟਾ ਫਾਰਮੈਟ ਸਪੈਸੀਫਿਕੇਸ਼ਨ ਕੀ ਹੁੰਦਾ ਹੈ? ਫਾਰਮੈਟ ਸਪੈਸੀਫਿਕੇਸ਼ਨ ਜਦੋਂ ਅਸੀਂ ਪ੍ਰਿੰਟਐਫ ਜਾਂ ਸਕੈਨਐਫ ਫੰਕਸ਼ਨ ਯੂਜ਼ ਕਰਦੇ ਹਾਂ, ਪ੍ਰਿੰਟਐਫ ਸਾਡਾ ਆਊਟਪੁੱਟ ਫੰਕਸ਼ਨ ਹੈ, ਸਕੈਨਐਫ ਸਾਡਾ ਇਨਪੁੱਟ ਫੰਕਸ਼ਨ ਹੈ। ਇਹਨਾਂ ਦੇ ਵਿੱਚ ਅਸੀਂ ਜਦੋਂ ਕਿਸੇ ਵੇਰੀਏਬਲ ਨੂੰ ਵੈਲਿਊ ਦੇਣੀ ਹੋਵੇ ਜਾਂ ਉਸ ਤੋਂ ਲੈ ਕੇ ਅਸੀਂ ਆਊਟਪੁੱਟ ਸਕਰੀਨ 'ਤੇ ਪ੍ਰਿੰਟ ਕਰਾਉਣੀ ਹੋਵੇ ਤਾਂ ਉਹਦੇ ਲਈ ਜਿਹੜੀ ਅਸੀਂ ਐਂਟੀਟੀ ਯੂਜ਼ ਕਰਦੇ ਹਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਹਾਂ? ਫਾਰਮੈਟ ਸਪੈਸੀਫਿਕੇਸ਼ਨ। ਤਾਂ ਹੁਣ ਅਸੀਂ 3 ਡਾਟਾ ਟਾਈਪ ਲਰਨ ਕੀਤੇ ਆ, ਇੰਟ, ਫਲੋਟ ਤੇ ਕੈਰ। ਇਹਨਾਂ ਤਿੰਨਾਂ ਲਈ ਜਿਹੜੀ ਫਾਰਮੈਟ ਸਪੈਸੀਫਿਕੇਸ਼ਨ ਹੋਏਗੀ ਉਹ ਅਲੱਗ-ਅਲੱਗ ਤਰ੍ਹਾਂ ਦੀ ਹੋਏਗੀ। ਉਹ ਮੈਂ ਤੁਹਾਨੂੰ ਇਹਦਾ ਚਾਰਟ ਬਣਾ ਕੇ ਦਿਖਾਉਂਦੀ ਹਾਂ। ਤਾਂ ਤੁਸੀਂ ਦੇਖੋ ਜਿਹੜਾ ਡਾਟਾ ਟਾਈਪ ਹੈ ਤੁਹਾਡੇ ਕੋਲ ਫਸਟ ਸਾਡੇ ਕੋਲ ਡਾਟਾ ਟਾਈਪ ਸੀਗਾ ਇੰਟ, ਓਕੇ। ਅਤੇ ਇਹ ਤੁਸੀਂ ਯਾਦ ਰੱਖਣਾ ਹੈ ਬਾਈਟ ਕਿੰਨੇ ਲੈਂਦਾ ਇਹ? 2 ਬਾਈਟਸ। ਤੇ ਇਹਦੀ ਜਿਹੜੀ ਫਾਰਮੈਟ ਸਪੈਸੀਫਿਕੇਸ਼ਨ ਹੈ ਜਿਹੜੀ ਇਹਦੀ ਫਾਰਮੈਟ ਸਪੈਸੀਫਿਕੇਸ਼ਨ ਹੈ ਉਸੇ ਲਗਾਉਣੇ ਹੁੰਦੇ ਆ %d। ਲਰਨ ਕਰਨਾ ਬੱਚੇ। ਇਹ ਇੰਟ ਤੁਹਾਡਾ ਡਾਟਾ ਟਾਈਪ ਹੈ, ਠੀਕ ਹੈ। ਬਾਈਟ ਕਿੰਨੀਆਂ ਲੈਂਦਾ ਇਹ? 2 ਬਾਈਟਸ ਲੈਂਦਾ ਹੈ। ਤੇ ਜਿਹੜਾ ਇਹਦਾ ਫਾਰਮੈਟ ਸਪੈਸੀਫਿਕੇਸ਼ਨ ਹੋਏਗਾ ਉਹ ਕੀ ਹੋਏਗਾ? %d। ਨੈਕਸਟ ਹੈ ਤੁਹਾਡਾ ਫਲੋਟ। ਫਲੋਟ ਕਿੰਨੀਆਂ ਬਾਈਟਸ ਲੈਂਦਾ ਹੈ? 4 ਬਾਈਟਸ ਲੈਂਦਾ ਹੈ। ਇਹਦੇ ਲਈ ਜਿਹੜੀ ਅਸੀਂ ਫਾਰਮੈਟ ਸਪੈਸੀਫਿਕੇਸ਼ਨ ਪ੍ਰਿੰਟਐਫ ਸਕੈਨਐਫ 'ਚ ਯੂਜ਼ ਕਰਨੀ ਆ ਉਹ ਹੁੰਦੀ ਹੈ %f। ਦ ਲਾਸਟ ਵਨ ਇਜ਼ ਕੈਰ। ਜਿਹੜਾ ਕੈਰ ਡਾਟਾ ਟਾਈਪ ਹੈ ਉਹ ਤੁਹਾਡਾ ਲੈਂਦਾ ਹੁੰਦਾ 1 ਬਾਈਟ। ਇਹਦੇ ਲਈ ਜਿਹੜੀ ਫਾਰਮੈਟ ਸਪੈਸੀਫਿਕੇਸ਼ਨ ਤੁਹਾਡੀ ਯੂਜ਼ ਹੁੰਦੀ ਹੈ ਪ੍ਰਿੰਟਐਫ ਸਕੈਨਐਫ ਦੇ ਵਿੱਚ ਉਹ ਹੁੰਦੀ ਹੈ %c। ਬੇਟਾ ਇਹ ਬੇਸਿਕ ਚਾਰਟ ਹੈ, ਇਹ ਤੁਹਾਨੂੰ ਇਹ ਤੁਸੀਂ ਆਪਣੇ ਮਾਈਂਡ 'ਚ ਬਿਠਾ ਲੈਣਾ ਹੈ ਕਿਉਂਕਿ ਇਹ ਚੀਜ਼ਾਂ ਤੁਹਾਡੀ ਨੈਕਸਟ ਸਾਰੇ ਚੈਪਟਰਸ ਦੇ ਵਿੱਚ ਯੂਜ਼ ਹੋਣੀ ਹੈ। ਤੁਸੀਂ ਇਹ ਦੇਖਣਾ ਹੈ ਇੰਟ ਲਈ ਅਸੀਂ %d ਲਗਾਉਣੀ ਹੈ, ਫਲੋਟ ਲਈ ਅਸੀਂ %f ਲਗਾਉਣਾ ਹੈ, ਕੈਰ ਦੇ ਲਈ %c ਲਗਾਉਣਾ ਹੈ। ਇਹ ਚੀਜ਼ ਤੁਸੀਂ ਖੁਦ ਯੂਜ਼ ਕਰਨੀ ਹੈ। ਇਹ ਤੁਸੀਂ ਸਿਰਫ ਧਿਆਨ ਰੱਖਣਾ ਕਿ ਇੰਨੇ ਬਾਈਟਸ ਲੈਂਦਾ ਹੈ, ਇਹ ਤੁਹਾਡੀ ਮੈਮਰੀ ਯੂਜ਼ ਕਰੇਗੀ, ਠੀਕ ਹੈ। ਕਾਈਂਡਲੀ ਨੋਟ, ਇਹ ਤੁਸੀਂ ਚਾਰਟ ਆਪਣੀ ਨੋਟਬੁੱਕਸ ਦੇ ਉੱਪਰ ਨੋਟ ਵੀ ਕਰ ਲੈਣਾ ਹੈ, ਠੀਕ ਹੈ। ਨੈਕਸਟ ਟੌਪਿਕ ਆਪਾਂ ਸਟਾਰਟ ਕਰਦੇ ਹਾਂ। ਨੈਕਸਟ ਟੌਪਿਕ ਹੈ ਵੇਰੀਏਬਲਸ। ਬੇਟਾ ਆਪਣਾ ਨੈਕਸਟ ਟੌਪਿਕ ਹੈ ਵੇਰੀਏਬਲਸ। ਵੇਰੀਏਬਲਸ ਕੀ ਹੁੰਦਾ ਹੈ? ਵੇਰੀਏਬਲਸ ਹੁੰਦਾ ਬੇਟਾ ਜਿਵੇਂ ਦੇਖੋ ਵੇਰੀਏਬਲ ਬਣਿਆ ਕਿਸ ਸ਼ਬਦ ਤੋਂ ਹੈ, ਕਿਸ ਵਰਡ ਤੋਂ ਬਣਿਆ? ਵੇਰੀ ਤੋਂ। ਵੇਰੀ ਮੀਨਸ ਕੀ ਹੁੰਦਾ? ਚੇਂਜਿਸ, ਠੀਕ ਹੈ। ਵੇਰੀਏਬਲ ਕੀ ਹੈ? ਇੱਕ ਇਹ ਜਿਹੀ ਐਂਟੀਟੀ ਹੈ ਜਿਹੜੀ ਕਿ ਪ੍ਰੋਗਰਾਮ ਦੇ ਚੱਲਣ ਦੌਰਾਨ ਆਪਣੀ ਵੈਲਿਊ ਨੂੰ ਬਦਲ ਲੈਂਦੀ ਹੈ, ਬਦਲ ਸਕਦੀ ਹੈ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਹਾਂ? ਵੇਰੀਏਬਲ, ਠੀਕ ਹੈ। ਬੇਸਿਕਲੀ ਵੇਰੀਏਬਲ ਕੀ ਹੈ? ਜਦੋਂ ਅਸੀਂ ਕਿਸੇ ਮੁੱਲ ਨੂੰ ਕੋਈ ਨਾਮ ਦੇ ਦਿੰਦੇ ਹਾਂ ਜਾਂ ਮੈਮਰੀ ਦੇ ਵਿੱਚ, ਕੰਪਿਊਟਰ ਦੀ ਮੈਮਰੀ ਹੁੰਦੀ ਹੈ
ਉਹਦੇ ਵਿੱਚ ਮੈਮਰੀ ਦੇ ਵਿੱਚ ਅਸੀਂ ਕੋਈ ਸਟੋਰੇਜ ਸਪੇਸ ਓਕੂਪਾਈ ਕਰ ਲੈਂਦੇ ਹਾਂ ਕਿ ਸਾਨੂੰ ਆਹ ਸਟੋਰੇਜ ਸਪੇਸ ਚਾਹੀਦੀ ਹੈ, ਇਹਦੇ ਵਿੱਚ ਇਸ ਸਟੋਰੇਜ ਸਪੇਸ ਦੇ ਵਿੱਚ ਅਸੀਂ ਕੋਈ ਵੈਲਿਊ ਦੇਣੀ ਹੈ, ਤਾਂ ਉਹ ਸਟੋਰੇਜ ਸਪੇਸ ਜਿਹੜੀ ਜੋ ਵੀ ਓਕੂਪਾਈ ਕਰਦਾ, ਜਿਹੜੀ ਐਂਟੀਟੀ ਉਹ ਸਟੋਰੇਜ ਸਪੇਸ ਨੂੰ ਲਊਗੀ, ਤਾਂ ਉਹ ਸਟੋਰੇਜ ਸਪੇਸ ਨੂੰ ਅਸੀਂ ਕੀ ਕਵਾਂਗੇ, ਵੇਰੀਏਬਲ। ਠੀਕ ਹੈ, ਵੇਰੀਏਬਲ ਦੀ ਇੱਕ ਤਾਂ ਇਹ ਚੀਜ਼ ਹੈ ਕਿ ਮੈਮਰੀ ਦੇ ਵਿੱਚ ਇਹ ਆਪਣੀ ਜਗ੍ਹਾ ਬਣਾ ਲੈਂਦਾ ਹੈ ਕਿ ਅਸੀਂ ਮੁੱਲ ਕਿੱਥੇ ਸਟੋਰ ਕਰਨਾ ਹੈ। ਦੂਜਾ ਵੇਰੀਏਬਲ ਕੀ ਕਰ ਸਕਦਾ ਹੈ ਕਿ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੌਰਾਨ ਇਹ ਆਪਣੀ ਵੈਲਿਊ ਨੂੰ ਚੇਂਜ ਵੀ ਕਰ ਸਕਦਾ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗੀ ਮੈਂ ਵੇਰੀਏਬਲ ਦੀ, ਲਾਈਕ ਇਹ ਬਾਕਸ ਦੀ ਤਰ੍ਹਾਂ ਹੁੰਦਾ, ਜਿਵੇਂ ਅਸੀਂ ਕੋਈ ਬਰਥਡੇ 'ਤੇ ਜਾਂਦੇ ਹਾਂ, ਕੋਈ ਗਿਫਟ ਲੈ ਕੇ ਜਾਂਦੇ ਹਾਂ। ਹੁਣ ਜਿਹੜਾ ਗਿਫਟ ਹੁੰਦਾ ਉਹ ਪੈਕ ਹੁੰਦਾ, ਉਹ ਜਿਹੜਾ ਬਾਕਸ ਹੁੰਦਾ ਉਹ ਲਾਈਕ ਸਟੋਰੇਜ ਸਪੇਸ ਹੋ ਗਿਆ ਤੁਹਾਡਾ। ਉਹਦੇ ਵਿੱਚ ਕੀ ਹੈ, ਕੋਈ ਟੋਆਏ ਹੋ ਸਕਦਾ ਹੈ, ਕੋਈ ਹੋਰ ਗਿਫਟ ਹੋ ਸਕਦਾ ਹੈ। ਜੋ ਟੋਆਏ ਹੈ ਤੁਹਾਡਾ ਗਿਫਟ ਹੈ ਉਹ ਕੀ ਹੈ, ਉਹਦੀ ਵੈਲਿਊ ਹੈ। ਠੀਕ ਹੈ, ਤਾਂ ਵੇਰੀਏਬਲ ਕੀ ਹੈ ਤੁਸੀਂ ਹੁਣ ਇਹ ਯਾਦ ਰੱਖਣਾ ਹੈ। ਵੇਰੀਏਬਲ ਕੀ ਹੈ, ਇੱਕ ਤਰ੍ਹਾਂ ਦੀ ਐਂਟੀਟੀ ਹੈ ਜਿਹੜੀ ਪ੍ਰੋਗਰਾਮ ਐਗਜ਼ੀਕਿਊਸ਼ਨ ਦੌਰਾਨ ਆਪਣੀ ਵੈਲਿਊ ਨੂੰ ਚੇਂਜ ਕਰ ਸਕਦੀ ਹੈ। ਸੈਕੰਡਲੀ ਕੀ ਹੈ, ਇਹ ਇੱਕ ਟੈਂਪਰਰੀ ਨੇਮਸ ਹੁੰਦੇ ਆ ਜਿਹੜੇ ਕਿ ਅਸੀਂ ਕੰਪਿਊਟਰ ਦੀ ਮੈਮਰੀ ਦੇ ਵਿੱਚ ਲੋਕੇਸ਼ਨ ਨੂੰ ਜਾਂ ਸਟੋਰੇਜ ਸਪੇਸ ਨੂੰ ਨਾਮ ਦੇ ਦਿੰਦੇ ਹਾਂ। ਜਿਵੇਂ ਕੰਪਿਊਟਰ ਦੀ ਮੈਮਰੀ ਤਾਂ ਬਹੁਤ ਵਾਈਡ ਹੁੰਦੀ ਹੈ, ਬਹੁਤ ਜ਼ਿਆਦਾ ਵਾਈਡ ਹੁੰਦੀ ਹੈ, ਕਿਤੇ ਕੋਈ ਵੈਲਿਊ ਪਈ ਹੈ, ਕਿਤੇ ਕੋਈ ਵੈਲਿਊ ਪਈ ਹੈ। ਜਿੱਥੇ ਖਾਲੀ ਜਗ੍ਹਾ ਮਿਲਦੀ ਹੈ ਤਾਂ ਵੇਰੀਏਬਲ ਕੀ ਕਰਦਾ, ਉਹ ਸਟੋਰੇਜ ਸਪੇਸ ਨੂੰ ਕੋਈ ਟੈਂਪਰਰੀ ਅਸੀਂ ਜਿਹੜਾ ਨਾਮ ਦੇਵਾਂਗੇ, ਉਸ ਨਾਮ ਦੇ ਉੱਪਰ ਉਹ ਸਟੋਰੇਜ ਸਪੇਸ ਕੀ ਹੋ ਜਾਂਦੀ ਹੈ, ਓਕੂਪਾਈ ਹੋ ਜਾਂਦੀ ਹੈ। ਠੀਕ ਹੈ, ਤਾਂ ਹੁਣ ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦੀ ਹਾਂ ਵੇਰੀਏਬਲ ਦੀ। ਲਾਈਕ ਜੇ ਅਸੀਂ ਹੁਣ ਡਾਟਾ ਟਾਈਪ ਦੇਤਾ ਇੰਟ, ਵੇਰੀਏਬਲ ਦਾ ਨਾਮ ਅਸੀਂ ਦੇਤਾ ਐਕਸ, ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਇੱਕ ਟੈਂਪਰਰੀ ਨੇਮ ਲਿਆ, ਕਿਹੜਾ ਨਾਮ ਲਿਆ, ਐਕਸ ਲਿਆ। ਠੀਕ ਹੈ, ਤੇ ਉਹਦਾ ਡਾਟਾ ਟਾਈਪ ਕੀ ਦਿੱਤਾ, ਇੰਟ। ਠੀਕ ਹੈ, ਅਸੀਂ ਡਾਟਾ ਟਾਈਪ ਪੜ੍ਹਿਆ ਹੈ ਨਾ, ਤਾਂ ਡਾਟਾ ਟਾਈਪ ਅਸੀਂ ਇਹਦਾ ਕੀ ਦਿੱਤਾ, ਇੰਟ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਐਕਸ ਵੇਰੀਏਬਲ ਹੈ ਉਹ ਕਿਸ ਤਰ੍ਹਾਂ ਦੀ ਵੈਲਿਊ ਲਊਗਾ, ਇੰਟੀਜਰ ਟਾਈਪ ਦੀ, ਯਾਨੀ ਕਿ ਬਿਨਾਂ ਡੈਸੀਮਲ ਪੁਆਇੰਟ ਦੀ ਕੋਈ ਵੈਲਿਊ ਲਊਗਾ। ਤਾਂ ਐਕਸ ਨੇ ਕੀ ਕੀਤਾ, ਮੈਮਰੀ ਦੇ ਵਿੱਚ ਇਸ ਤਰ੍ਹਾਂ ਜਗ੍ਹਾ ਲੈ ਲਈ। ਐਕਸ ਨੇ ਮੈਮਰੀ ਦੇ ਵਿੱਚ ਇਸ ਤਰ੍ਹਾਂ ਬਾਕਸ ਬਣਾ ਲਿਆ, ਆਪਣਾ ਇੱਕ ਜਗ੍ਹਾ ਸਟੋਰ ਕਰਕੇ ਰੱਖ ਲਈ ਵੀ ਇੱਥੇ ਕੋਈ ਹੋਰ ਵੈਲਿਊ ਨਾ ਆਵੇ, ਮੇਰੀ ਵੈਲਿਊ ਆਵੇ, ਇਹ ਜਿਹੜੀ ਸਪੇਸ ਹੈ ਉਹ ਮੇਰੀ ਹੈ। ਠੀਕ ਹੈ, ਤਾਂ ਇੰਟੀਜਰ ਟਾਈਪ, ਇੰਟੀਜਰ, ਤਾਂ ਇਹਦਾ ਮਤਲਬ ਕੀ ਹੈ, ਇੱਥੇ ਵੱਧ ਤੋਂ ਵੱਧ 2 ਬਾਈਟਸ ਜਿੰਨੀ ਵੱਡੀ ਵੈਲਿਊ ਸਟੋਰ ਹੋ ਸਕਦੀ ਹੈ। ਠੀਕ ਹੈ, ਮਤਲਬ ਕੀ ਹੈ, ਐਕਸ ਨੇ ਕਹਿਤਾ ਮੈਮਰੀ ਨੂੰ ਵੀ ਇਹ ਜਗ੍ਹਾ ਮੇਰੀ ਹੈ, ਇੱਥੇ ਮੈਂ ਵੱਧ ਤੋਂ ਵੱਧ ਇੰਨੀ ਕੁ ਵੱਡੀ ਕੁ ਵੈਲਿਊ ਸਟੋਰ ਕਰ ਸਕਦਾ। ਠੀਕ ਹੈ, ਨਾ ਇਸ ਤੋਂ ਵੱਧ ਨਾ ਇਸ ਤੋਂ ਘੱਟ। ਠੀਕ ਹੈ, ਤਾਂ ਇਹ ਵਾਲਾ ਤੁਹਾਡੀ ਡਿਕਲੇਰੇਸ਼ਨ ਹੈ ਵੇਰੀਏਬਲ ਦੀ। ਠੀਕ ਹੈ ਜੀ, ਹੁਣ ਜਿਹੜਾ ਐਕਸ ਹੈ ਉਹ ਫਲੋਟ ਟਾਈਪ ਦਾ ਵੀ ਹੋ ਸਕਦਾ। ਮੰਨ ਲਓ ਜੇ ਇਹ ਆਈ ਹੁੰਦਾ ਫਲੋਟ ਐਕਸ ਹੁੰਦਾ, ਤਾਂ ਇੱਥੇ ਕਿੰਨੇ ਬਾਈਟਸ ਆ ਜਾਂਦੇ ਸੀ, 4 ਬਾਈਟਸ। ਤਾਂ ਕਿੰਨੇ ਬਾਈਟਸ ਆ ਜਾਂਦੇ ਸੀ, 4। ਕੈਰ ਹੁੰਦਾ ਤਾਂ ਇੱਥੇ 1 ਬਾਈਟ। ਬੇਟਾ ਇਹ ਚੀਜ਼ਾਂ ਇਨਵਿਜ਼ੀਬਲ ਹੈ, ਤੁਹਾਨੂੰ ਕਿਤੇ ਵੀ ਦਿਖਾਈ ਨਹੀਂ ਦੇਣਗੀਆਂ। ਜਿਹੜਾ ਕੰਪਿਊਟਰ ਦੀ ਮੈਮਰੀ ਦੇ ਵਿੱਚ ਵਰਕ ਹੋਣਾ, ਕਿਵੇਂ ਕੰਮ ਕਰਨਾ, ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ, ਤੁਹਾਨੂੰ ਸਮਝਾਉਣ ਵਾਸਤੇ ਦੱਸ ਰਹੀ ਹਾਂ। ਇਹ ਤੁਹਾਨੂੰ ਕਿਤੇ ਵੀ ਵਿਜ਼ੀਬਲ ਨਹੀਂ ਹੋਊਗਾ, ਤੁਹਾਨੂੰ ਸਿਰਫ ਸੋਰਸ ਪ੍ਰੋਗਰਾਮ ਤੇ ਤੁਹਾਡਾ ਆਬਜੈਕਟ ਪ੍ਰੋਗਰਾਮ ਹੀ ਵਿਜ਼ੀਬਲ ਹੁੰਦਾ, ਇਹ ਕਿਤੇ ਵੀ ਵਿਜ਼ੀਬਲ ਨਹੀਂ ਹੋਊਗਾ। ਠੀਕ ਹੈ, ਉਸ ਤੋਂ ਬਾਅਦ ਨਾ ਕੁਝ ਰੂਲਸ ਹੁੰਦੇ ਆ ਜਦੋਂ ਅਸੀਂ ਵੇਰੀਏਬਲਸ ਨੂੰ ਨਾਮ ਦੇਣੇ ਆ। ਜਿਵੇਂ ਹੁਣ ਅਸੀਂ ਇੱਥੇ ਐਕਸ ਲੈ ਲਿਆ ਸੀ। ਠੀਕ ਹੈ, ਅਸੀਂ ਐਕਸ ਲਿਆ, ਕੁਝ ਵੀ ਲੈ ਸਕਦੇ ਸੀ। ਤਾਂ ਇਹ ਕੁਝ ਕੁ ਰੂਲਸ ਹੁੰਦੇ ਕਿ ਜਦੋਂ ਅਸੀਂ ਵੇਰੀਏਬਲਸ ਨੂੰ ਨੇਮ ਦੇਣੇ ਆ ਤਾਂ ਉਹਨਾਂ ਰੂਲਸ ਨੂੰ ਧਿਆਨ ਦੇ ਵਿੱਚ ਰੱਖ ਕੇ ਦੇਣੇ ਹੁੰਦੇ ਆ। ਤਾਂ ਸਾਡਾ ਜਿਹੜਾ ਫਸਟ ਰੂਲ ਹੈ ਕਿ ਜਿਹੜਾ ਵੇਰੀਏਬਲ ਦਾ ਨਾਮ ਹੈ ਵੱਧ ਤੋਂ ਵੱਧ ਕਿੰਨਾ ਕੁ ਲੰਬਾ ਹੋ ਸਕਦਾ ਹੈ, 1 to 31 ਕਰੈਕਟਰਸ ਤੱਕ ਦਾ ਲੰਬਾ ਹੋ ਸਕਦਾ ਹੈ। ਕਿ ਸਾਡਾ ਜਿਹੜਾ ਵੇਰੀਏਬਲ ਨੇਮ ਹੈ ਉਹ 1 to 31 ਕਰੈਕਟਰਸ ਤੱਕ ਲੰਬਾ ਹੋ ਸਕਦਾ ਹੈ। ਸੈਕਿੰਡ ਜਿਹੜਾ ਹੈਗਾ ਸਾਡਾ ਰੂਲ ਸੀਗਾ ਇਹਦਾ ਇਹ ਕਿ ਜਿਹੜਾ ਫਸਟ ਕਰੈਕਟਰ ਹੈ ਵੇਰੀਏਬਲ ਦਾ, ਉਹ ਜਾਂ ਤਾਂ ਅੰਡਰਸਕੋਰ ਹੋ ਸਕਦਾ ਹੈ ਜਾਂ ਫਿਰ ਕੋਈ ਵੀ ਅਲਫਾਬੈਟ ਹੋਏਗਾ। ਹੁਣ ਇਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਅਸੀਂ ਵੇਰੀਏਬਲ ਲੈਣਾ, ਹੁਣ ਜਿਵੇਂ ਮੈਂ ਤਾਂ ਐਕਸ ਲੈ ਲਿਆ, ਮੈਂ ਐਕਸ ਦੇ ਨਾਲ ਵੀ ਕੁਝ ਲਿਖ ਸਕਦੀ ਸੀ। ਠੀਕ ਹੈ, ਕੁਝ ਵੀ ਲਿਖ ਸਕਦੀ ਸੀ। ਤਾਂ ਇਹ ਜਾਂ ਤਾਂ ਅੰਡਰਸਕੋਰ ਤੋਂ ਸਟਾਰਟ ਹੋ ਸਕਦਾ ਹੈ ਜਾਂ ਅਲਫਾਬੈਟ ਤੋਂ ਸਟਾਰਟ ਹੋ ਸਕਦਾ ਹੈ। ਇਹ ਕੋਈ ਡਿਜਿਟ ਤੋਂ ਨਹੀਂ ਸਟਾਰਟ ਹੋ ਸਕਦਾ, ਕੋਈ ਸਪੈਸ਼ਲ ਸਿੰਬਲਸ ਤੋਂ ਨਹੀਂ ਸਟਾਰਟ ਹੋ ਸਕਦਾ। ਹੁਣ ਮੈਂ ਤੁਹਾਨੂੰ ਇਹਦੀ ਐਗਜ਼ਾਮਪਲਸ ਦੱਸਦੀ ਹਾਂ। ਜਿਵੇਂ ਅਸੀਂ ਲੈ ਲਿਆ ਸੀ ਐਕਸ, ਤਾਂ ਐਕਸ ਦੇ ਨਾਲ ਮੈਂ 1 ਲਗਾ ਸਕਦੀ ਹਾਂ, ਇਹ ਤਾਂ ਠੀਕ ਹੈ। ਓਕੇ, ਕਿਉਂਕਿ ਅਸੀਂ ਅਲਫਾਬੈਟ ਤੋਂ ਸਟਾਰਟ ਕੀਤਾ, ਪਿੱਛੇ ਅਸੀਂ ਡਿਜਿਟਸ ਲਗਾ ਲਈਏ, ਕੁਝ ਲਗਾ ਲਈਏ, ਦੈਨ ਇਟ ਇਜ਼ ਓਕੇ। ਪਰ ਜੇ ਮੈਂ 1 ਐਕਸ ਕਰ ਦਿੰਦੀ ਹਾਂ, ਇਟ ਇਜ਼ ਰੋਂਗ। ਇਹ ਰੋਂਗ ਹੈ ਕਿ ਕੋਈ ਵੀ ਵੇਰੀਏਬਲ ਹੈ ਜਿਹੜਾ ਉਹ ਅਸੀਂ ਕਿਸੇ ਡਿਜਿਟ ਤੋਂ ਸਟਾਰਟ ਨਹੀਂ ਕਰ ਸਕਦੇ, ਉਹ ਅਸੀਂ ਸਿਰਫ ਅਲਫਾਬੈਟ ਜਾਂ ਅੰਡਰਸਕੋਰ ਤੋਂ ਸਟਾਰਟ ਕਰ ਸਕਦੇ ਹਾਂ। ਮੈਂ ਇਹ ਵੀ ਦੇ ਸਕਦੀ ਸੀ ਅੰਡਰਸਕੋਰ ਐਕਸ, ਇਟ ਇਜ਼ ਆਲਸੋ ਵੈਲਿਡ। ਇਹ ਵੀ ਸਹੀ ਹੈ ਕਿ ਜੇ ਅਸੀਂ ਅੰਡਰਸਕੋਰ ਦੇਤਾ, ਐਕਸ ਦੇਤਾ, ਤਾਂ ਇਹ ਵੀ ਸਹੀ ਹੈ, ਇਹ ਵੀ ਸਹੀ ਹੈ, ਇਹ ਵੀ ਚੱਲ ਜੂਗਾ। ਬਟ ਇਸ ਤਰ੍ਹਾਂ ਨਹੀਂ, ਤੁਸੀਂ ਡਿਜਿਟ ਤੋਂ ਕੋਈ ਵੀ ਵੇਰੀਏਬਲ ਸਟਾਰਟ ਨਹੀਂ ਕਰ ਸਕਦੇ। ਇਹ ਸੈਕਿੰਡ ਰੂਲ ਬਹੁਤ ਹੀ ਧਿਆਨ ਦੇਣ ਵਾਲਾ ਤੁਹਾਡਾ ਰੂਲ ਹੈ।
एंड द थर्ड रूल है जिहड़ा तुहाडा नो कॉमास और ब्लैंक्स। बई वेरीएबल नेम्स दे विच कोई कॉमा ब्लैंक नहीं लगता। लाइक जे मैं लै लैंदी हाँ इंट, मैं लिख दिंदी हाँ इत्थे हैलो सिटी। ठीक है, तुसी आ देखो मैं वेरीएबल का नाम की लैता हैलो सिटी। ठीक है, पर ये मैं स्पेस देती तो इत्थे एरर शो करेगा कंपाइलर कि ये तुहाडा वेरीएबल नेम गलत है। ठीक है, तो तुसी वध तो वध इन्हां दे विचाले जे इन्हां नूं तुसी ज्वाइन करना चाहते हो इन्हां दे विचाले तुसी अंडरस्कोर लगा के इन्हां नूं ज्वाइन कर सकते हो। ठीक है, कोई कॉमा या कोई स्पैशल सिंबल इन्हां दे विचाले यूज़ नहीं होंदा गा। नैक्सट टॉपिक आ गया अपना डिक्लेरेशन ऑफ वेरीएबल्स। ये वैसे तुसी कर ही चुके हो, तुहानूं फिर भी दस दिंदी हां कि इस वेरीएबल नूं डिक्लेयर किवें करना है। डिक्लेरेशन ऑफ वेरीएबल्स भी तुसी वेरीएबल नूं लैना किवें है प्रोग्राम दे विच, उहनूं किवें डिक्लेयर करना है, किवें कंपाइलर नूं दसना है कि असीं एक वेरीएबल लिया। तो उहदे लई तुसी की करना है, डाटा टाइप लैना पहलां। डाटा टाइप लैके फिर तुसी वेरीएबल का नाम देना है। वेरीएबल का नाम देने तो बाद तुसी की लगाना है, सैमीकोलन। ठीक है, डाटा टाइप देना है, वेरीएबल का नाम देना है, सैमीकोलन इज़ नसैसरी। सी लैंगुएज दे विच, सी प्रोग्रामिंग भाषा दे विच जदों असीं कोई भी प्रोग्राम बनाने आ तो उहदी जिहड़ी हरेक इंस्ट्रक्शन है, ठीक है, वो तुहाडी किहदे नाल लैंड होएगी, सैमीकोलन नाल लैंड होएगी। तो डाटा टाइप जिहड़ा हैगा तुहाडा वो हैगा इंट। वेरीएबल का नाम तुसीं देता एक्स तो फिर तुसीं पिछे की लगाता, सैमीकोलन। ठीक है बेटा, ये तुहाडी डिक्लेरेशन ऑफ वेरीएबल है। नैक्सट तुहाडा टॉपिक है हाउ टू असाइन वैल्यू टू द वेरीएबल। हुण असीं वेरीएबल नूं वैल्यू किवें देनी है, ये ध्यान दो। ठीक है, जदों असीं वेरीएबल नूं वैल्यू देनी है असीं पहलां की लिखना है, डेटा टाइप, फिर असीं वेरीएबल का नाम, फिर असीं असाइनमेंट ऑपरेटर लगाना है, फिर असीं वैल्यू देनी है, फिर असीं सैमीकोलन लगाना है। ठीक है, देखो डाटा टाइप की है इंट, कैर, फ्लोट जो भी है, असी फ्लोट लै लें इस बार। असी डेटा टाइप की लिया फ्लोट, वेरीएबल का नाम असी सम ले लिया, SUM सम। असाइनमेंट ऑपरेटर किहड़ा, इज़ इक्वल टू नूं सी लैंगुएज दे विच की कहंदे, किहड़ा ऑपरेटर कहंदे आ, असाइनमेंट ऑपरेटर। ये असी अगले चैप्टर दे विच डिटेल दे विच पढ़ांगे ऑपरेटर्स बारे। तो असाइनमेंट ऑपरेटर की है, थोड़ा प्लस का साइन है। ठीक है, और सॉरी इक्वल टू द साइन है। इस साइन का की काम होंदा है, असाइन मीनस की होंदा देना। असाइन मीनस असीं इंग्लिश लैंगुएज च पढ़ते हैं देना। तो हुण असाइनमेंट ऑपरेटर ने की करना है, जो भी असीं वैल्यू लई है, ठीक है, वो असीं वेरीएबल नूं देनी है। किहड़े वेरीएबल नूं देनी है, सम नूं। जिवें असीं देता फ्लोट सम इज़ इक्वल टू 4.46। देखो बेटा इन्नी क तां डिक्लेरेशन है ना, फ्लोट सम। जदों असीं फ्लोट सम दिता तो सम ने की कीती, मैमरी दे विच अपनी स्टोरेज ऑक्यूपाई कर ली। ठीक है, तो फिर असाइनमेंट ऑपरेटर ने अपना काम किया कि सम तो बाद जिहड़ी वैल्यू दिती हुई है 4.46 वो किहड़े वेरीएबल की स्पेस चली जाए, सम ने जिहड़ी स्पेस लई हुई है मैमरी दे विच उत्थे जाके की हो जाए, स्टोर हो जाए। तो ये असाइनमेंट ऑपरेटर ने यह काम करना होंदा है। समझ आ गई तुहानूं? तो इस टॉपिक नूं असीं की कहांगे, इनिशियलाइजेशन ऑफ वेरीएबल्स। इट्स ऑल अबाउट आवर वेरीएबल्स। ठीक है बच्चों, समझ लगता है थानू बहुत चंगी तरह वेरीएबल्स ते डाटा टाइप समझ आ गए होने हैं। हुण असी पहला डाटा टाइप पढ़े, उहदे विच असी डाटा टाइप दे नाल किन्नू यूज़ करना सीखिया सी, वेरीएबल नूं। वेरीएबल बारे डिस्कस किया। वेरीएबल दे नाल हुण असी किस वैल्यू देनी सीखी है। ठीक है, वैल्यू वेरीएबल नूं देनी सीखी है। हुण असी ये डिटेल्स च इन्हां वैल्यूज़ बारे पढ़ांगे जिन्हां नूं असी की कह दिंदे हुंदे आ, कॉन्सटेंट्स। तो हुण असी पढ़ांगे कॉन्सटेंट्स दे बारे। नेक्स्ट टॉपिक है अपना कॉन्स्टेंट्स। नाउ व्हाट इज कॉन्स्टेंट्स। देखो
ਜਿਹੜੇ ਕਨਸਟੈਂਟਸ ਹੁੰਦੇ ਆ ਉਹ ਕੀ ਹੁੰਦੀਆਂ, ਫਿਕਸ ਵੈਲਿਊਜ਼ ਹੁੰਦੀਆਂ। ਕੀ ਹੁੰਦੀਆਂ ਉਹ, ਫਿਕਸ ਵੈਲਿਊਜ਼। ਕਿਉਂਕਿ ਆਪਾਂ ਉਂਝ ਵੀ ਦੇਖਦੇ ਹਾਂ ਕਿ ਕਨਸਟੈਂਟ, ਜੇ ਆਪਾਂ ਇੰਗਲਿਸ਼ ਦਾ ਵਰਡ ਸੋਚੀਏ ਕਿ ਕਨਸਟੈਂਟ ਮੀਨਸ ਕੀ ਹੁੰਦਾ, ਤਾਂ ਉਹ ਇੰਗਲਿਸ਼ ਦਾ ਵਰਡ ਹੁੰਦਾ ਕਨਸਟੈਂਟ ਮੀਨਸ ਫਿਕਸ, ਜਿਹੜੀ ਚੇਂਜ ਨਾ ਹੋਵੇ। ਠੀਕ ਹੈ, ਤਾਂ ਇੱਥੇ ਕੀ ਹੈ, ਕਨਸਟੈਂਟ ਦਾ ਮਤਲਬ ਇਹ ਹੈ ਕਿ ਇੱਕ ਫਿਕਸ ਵੈਲਿਊ, ਜਿਹੜੀ ਕਿ ਅਸੀਂ ਇੱਕ ਵੇਰੀਏਬਲ ਨੂੰ ਕੋਈ ਵੈਲਿਊ ਦੇ ਦਈਏ ਸਿੱਧਾ ਹੀ ਅਸਾਈਨਮੈਂਟ ਆਪਰੇਟਰ ਦੇ ਥਰੂ, ਤਾਂ ਜਿਹੜੀ ਉਹ ਵੈਲਿਊ ਹੈ ਉਹ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੌਰਾਨ ਫਿਕਸ ਰਹੂਗੀ, ਉਹ ਚੇਂਜ ਨਹੀਂ ਹੋਊਗੀ। ਜੇ ਅਸੀਂ ਵੈਲਿਊ ਸਟਾਰਟਿੰਗ 'ਤੇ ਦੇ ਦਿੰਦੇ ਹਾਂ ਤਾਂ ਉਹੀ ਵੈਲਿਊ ਸਾਰੇ ਵੇਰੀਏਬਲ ਦੀ ਸਾਰੇ ਪ੍ਰੋਗਰਾਮ ਦੌਰਾਨ ਉਹੀ ਵੈਲਿਊ ਲਏਗੀ, ਚਾਹੇ ਅਸੀਂ ਪ੍ਰੋਗਰਾਮ ਨੂੰ 4 ਵਾਰ ਚਲਾ ਲਈਏ, 5 ਵਾਰ ਚਲਾ ਲਈਏ, ਤਾਂ ਉਹਦੀ ਆਊਟਪੁੱਟ ਉਹੀ ਆਏਗੀ। ਤਾਂ ਇਹ ਕਨਸਟੈਂਟ ਇਹ ਕੰਮ ਕਰਨਗੇ। ਠੀਕ ਹੈ, ਤਾਂ ਇਹਦਾ ਮਤਲਬ ਤੁਸੀਂ ਕੀ ਲਰਨ ਕਰਨਾ ਹੈ, ਫਿਕਸ ਵੈਲਿਊ। ਕਨਸਟੈਂਟ ਮਤਲਬ ਫਿਕਸ ਵੈਲਿਊ। ਹੁਣ ਤੁਸੀਂ ਕਨਸਟੈਂਟਸ ਦੀਆਂ ਟਾਈਪਸ ਦੇਖੋ। ਕਨਸਟੈਂਟਸ ਦੀਆਂ ਵੈਸੇ ਬਹੁਤ ਟਾਈਪਸ ਨੇ। ਬੇਸਿਕ ਟਾਈਪਸ ਜਿਹੜੀਆਂ ਹੈਗੀਆਂ ਉਹ ਆਪਾਂ ਡਿਸਕਸ ਕਰਾਂਗੇ। ਤੁਸੀਂ ਇੱਥੇ ਲਿਖੋਗੇ ਇੰਟੀਜਰ ਨੂਮੈਰਿਕ ਕਨਸਟੈਂਟਸ ਤੇ ਕਰੈਕਟਰ ਕਨਸਟੈਂਟਸ। ਨੂਮੈਰਿਕ ਕਨਸਟੈਂਟਸ, ਕਰੈਕਟਰ ਕਨਸਟੈਂਟਸ। ਨੂਮੈਰਿਕ ਦੇ ਵਿੱਚ ਤੁਹਾਡੇ ਆ ਜਾਣਗੇ, ਦੇਖੋ ਨੂਮੈਰਿਕ ਨਾਮ ਤੋਂ ਹੀ ਪਤਾ ਲੱਗਦਾ ਹੈ, ਨੰਬਰਾਂ ਵਾਲੇ। ਠੀਕ ਹੈ, ਤਾਂ ਇਹਦੇ ਵਿੱਚ ਤੁਹਾਡੇ ਆ ਜਾਣਗੇ ਇੰਟੀਜਰ, ਇੰਟ ਤੇ ਫਲੋਟ। ਇੰਟ ਤੇ ਫਲੋਟ ਕਰੈਕਟਰ ਕਨਸਟੈਂਟਸ। ਤੇ ਕੈਰ ਦੇ ਵਿੱਚ ਆ ਜਾਣਗੇ, ਕਰੈਕਟਰ ਦੇ ਵਿੱਚ ਤੁਹਾਡੇ ਕੈਰ ਯਾਨੀ ਸਿੰਗਲ ਕਰੈਕਟਰ ਤੇ ਸਟ੍ਰਿੰਗ ਕਨਸਟੈਂਟਸ। ਸਟ੍ਰਿੰਗ ਕਨਸਟੈਂਟਸ। ਤਾਂ ਤੁਹਾਡੇ ਇਹ ਵਾਲੇ ਜਿਹੜੇ ਕਨਸਟੈਂਟਸ ਹੈ, ਕਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਆ, ਨੂਮੈਰਿਕ ਕਨਸਟੈਂਟਸ ਤੇ ਕਰੈਕਟਰ ਕਨਸਟੈਂਟਸ। ਨੂਮੈਰਿਕ ਮੀਨਸ ਨੰਬਰਾਂ ਵਾਲੇ। ਨੰਬਰਾਂ ਵਾਲੇ ਕਿਹੜੇ ਆ, ਇੰਟ ਤੇ ਫਲੋਟ। ਠੀਕ ਹੈ, ਇਹਦੇ ਵਿੱਚ ਨੂਮੈਰੀਕਲ ਵੈਲਿਊਜ਼ ਵਾਲੀਆਂ ਵੈਲਿਊਜ਼ ਆਉਣਗੀਆਂ। ਕਰੈਕਟਰ ਕਨਸਟੈਂਟ 'ਚ ਸਿੰਗਲ ਕਰੈਕਟਰ ਕਨਸਟੈਂਟ ਫਸਟ ਟਾਈਪ ਹੈ ਤੁਹਾਡੀ, ਤੇ ਸਟ੍ਰਿੰਗ ਹੈ। ਇਹਦੇ ਵਿੱਚ ਤੁਹਾਡੀ ਜੋ ਵੀ ਅਲਫਾਬੈਟਸ ਵਾਲੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਡਾਟਾ ਟਾਈਪਸ ਵੇਲੇ, ਉਹ ਵਾਲੀਆਂ ਵੈਲਿਊਜ਼ ਆਉਣਗੀਆਂ। ਤਾਂ ਆਪਾਂ ਸਭ ਤੋਂ ਪਹਿਲਾਂ ਨੂਮੈਰਿਕ ਕਨਸਟੈਂਟਸ 'ਚ ਇੰਟ ਕਨਸਟੈਂਟਸ ਦੀ ਗੱਲ ਕਰਦੇ ਹਾਂ। ਇੰਟ ਕਨਸਟੈਂਟਸ। ਠੀਕ ਹੈ, ਜਾਂ ਫਿਰ ਇੰਟੀਜਰ ਕਨਸਟੈਂਟਸ ਵੀ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ, ਇੰਟੀਜਰ ਕਨਸਟੈਂਟਸ। ਹਾਂਜੀ, ਇੰਟੀਜਰ ਕਨਸਟੈਂਟਸ ਦੇ ਵਿੱਚ ਕੀ ਹੋਊਗਾ, ਦੇਖੋ ਬੇਟਾ, ਜਿਹੜੀ ਇਹਦੇ ਵਿੱਚ ਵੈਲਿਊਜ਼ ਹੋਣਗੀਆਂ ਇੰਟ ਦੇ ਵਿੱਚ, ਜਿਵੇਂ ਆਪਾਂ ਅਸੀਂ ਵੇਰੀਏਬਲ ਐਕਸ ਲਿਆ ਸੀ, ਡਾਟਾ ਟਾਈਪ ਇੰਟ ਲਿਆ ਸੀ, ਤਾਂ ਇਹਦੇ ਵਿੱਚ ਜਿਹੜੀ ਵੈਲਿਊਜ਼ ਹੋਣਗੀਆਂ, ਨਾਮ ਤੋਂ ਹੀ ਪਤਾ ਲੱਗਦਾ ਹੈ, ਬਿਨਾਂ ਡੈਸੀਮਲ ਪੁਆਇੰਟਸ ਤੋਂ ਜਿਹੜੀ ਅਸੀਂ ਵੈਲਿਊ ਵੇਰੀਏਬਲ ਨੂੰ ਦੇਣੀ ਹੈ, ਉਹ ਕਿਹੜੀਆਂ ਹੋਣਗੀਆਂ, ਬਿਨਾਂ ਡੈਸੀਮਲ ਪੁਆਇੰਟਸ ਤੋਂ ਹੋਣਗੀਆਂ। ਲਾਈਕ x ਇਜ਼ ਇਕੁਅਲ ਟੂ 45। ਠੀਕ ਹੈ, ਤਾਂ ਅਸੀਂ ਇਸ 'ਚ ਕੋਈ ਡੈਸੀਮਲ ਪੁਆਇੰਟ ਨਹੀਂ ਯੂਜ਼ ਕੀਤਾ। ਜੇ ਅਸੀਂ ਮਾਈਨਸ ਦੀ ਵੈਲਿਊ ਦੇਣਾ ਚਾਹੁੰਦੇ ਹਾਂ ਤਾਂ ਇਹ ਮਾਈਨਸ 'ਚ ਵੀ ਵੈਲਿਊ ਮੈਮਰੀ 'ਚ ਸਾਡੀ ਸਟੋਰ ਹੋ ਜਾਊਗੀ। ਠੀਕ ਹੈ, ਇਹ ਤੁਹਾਡਾ ਹੁੰਦਾ ਇੰਟੀਜਰ ਕਨਸਟੈਂਟਸ। ਨੈਕਸਟ ਹੈ ਤੁਹਾਡਾ ਫਲੋਟ ਕਨਸਟੈਂਟਸ। ਬੇਟਾ ਫਲੋਟ ਨੂੰ ਜ਼ਿਆਦਾਤਰ ਰੀਅਲ ਕਨਸਟੈਂਟਸ ਕਹਿੰਦੇ ਆ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਫਲੋਟ ਨੂੰ ਅਸੀਂ ਰੀਅਲ ਵੀ ਕਹਿ ਦਿੰਦੇ ਹਾਂ। ਤਾਂ ਇਹ ਤੁਹਾਡੇ ਰੀਅਲ ਕਨਸਟੈਂਟਸ ਹੁੰਦੇ ਆ। ਇਹਦੇ ਵਿੱਚ ਤੁਸੀਂ ਜਿਹੜੀ ਵੈਲਿਊ ਦੇਣੀ ਹੈ, ਡਾਟਾ ਟਾਈਪ ਤੁਸੀਂ ਦੇਣਾ ਫਲੋਟ। ਠੀਕ ਹੈ, ਤੇ ਤੁਸੀਂ ਮੰਨ ਲਓ p ਵੇਰੀਏਬਲ ਲੈ ਲਿਆ। ਠੀਕ ਹੈ, ਤਾਂ ਮੈਮਰੀ ਦੇ ਵਿੱਚ ਫਲੋਟ ਟਾਈਪ ਦਾ ਸਪੇਸ ਬਣ ਗਿਆ, ਤੇ ਤੁਸੀਂ ਜਿਹੜੀ ਵੈਲਿਊ ਦਿੱਤੀ ਉਹ ਦੇਤੀ 6.9, ਤਾਂ ਮੈਮਰੀ ਦੇ ਵਿੱਚ ਕਿੰਨੀ ਸਟੋਰ ਹੋਊਗੀ, 6.9। ਤਾਂ ਰੀਅਲ ਕਨਸਟੈਂਟਸ ਦੇ ਵਿੱਚ ਕੀ ਹੋਇਆ, ਜਿਹੜੀ ਅਸੀਂ ਵੇਰੀਏਬਲ ਨੂੰ ਵੈਲਿਊ ਅਸਾਈਨ ਕਰਨੀ ਆ ਉਹ ਕਿਹੜੇ ਟਾਈਪ ਦੀ ਹੋਊਗੀ, ਤੁਹਾਡੀ ਰੀਅਲ ਕਨਸਟੈਂਟ ਫਲੋਟ ਟਾਈਪ ਦੀ ਹੋਏਗੀ। ਨੈਕਸਟ ਹੈ ਤੁਹਾਡੇ, ਇਹ ਤੁਹਾਡੇ ਨੂਮੈਰਿਕ ਕਨਸਟੈਂਟ ਸੀਗੇ। ਉਸ ਤੋਂ ਬਾਅਦ ਹੈਗਾ ਤੁਹਾਡਾ ਨੂਮੈਰਿਕ ਕਨਸਟੈਂਟਸ ਤੋਂ ਬਾਅਦ ਆਪਣੇ ਸੀਗੇ ਕਰੈਕਟਰ ਕਨਸਟੈਂਟਸ। ਕਰੈਕਟਰ ਕਨਸਟੈਂਟਸ ਦੇ ਵਿੱਚ ਹੈਗਾ ਤੁਹਾਡਾ ਸਿੰਗਲ ਕਰੈਕਟਰ ਕਨਸਟੈਂਟਸ। ਸਿੰਗਲ ਕਰੈਕਟਰ ਕਨਸਟੈਂਟਸ ਦੇ ਵਿੱਚ ਕੀ ਹੈ, ਨਾਮ ਤੋਂ ਹੀ ਪਤਾ ਲੱਗਦਾ ਹੈ ਸਿੰਗਲ ਕਰੈਕਟਰ। ਤਾਂ ਤੁਸੀਂ ਡਾਟਾ ਟਾਈਪ ਕਿਹੜਾ ਲੈਣਾ ਇੱਥੇ, ਕੈਰ। ਵੇਰੀਏਬਲ ਦਾ ਨਾਮ ਅਸੀਂ ਰੱਖ ਲਿਆ ਮੰਨ ਲਓ ਐਲਫਾ। ਵੇਰੀਏਬਲ ਦਾ ਨਾਮ ਅਸੀਂ ਕੀ ਰੱਖਿਆ, ਐਲਫਾ। ਹੁਣ ਅਸੀਂ ਇਹਦੇ 'ਚ ਜਿਹੜੀ ਮੰਨ ਲਓ ਇੱਕ ਐਲਫਾਬੈਟ ਸਟੋਰ ਕਰਨਾ ਹੈ, ਮੰਨ ਲਓ p ਸਟੋਰ ਕਰਨਾ ਹੈ ਜਾਂ s ਸਟੋਰ ਕਰਨਾ ਹੈ, ਤਾਂ ਤੁਸੀਂ ਕਿਹਨੂੰ ਕਿਵੇਂ ਲਿਖਣਾ ਹੈ, s ਇਸ ਤਰ੍ਹਾਂ। ਤੁਸੀਂ ਦੋ ਸਿੰਗਲ ਇਨਵਰਟਡ ਕੋਮਾਸ ਲਗਾਉਣੇ ਆ। ਧਿਆਨ ਰਵੇ ਕਿ ਜਦੋਂ ਅਸੀਂ ਕਰੈਕਟਰ ਕਨਸਟੈਂਟ ਯੂਜ਼ ਕਰਨਾ ਹੈ ਤਾਂ ਸਾਡੇ ਵੇਰੀਏਬਲ ਦੇ ਵਿੱਚ ਜਿਹੜੀ ਅਸੀਂ ਵੈਲਿਊ ਜਾਂ ਐਲਫਾਬੈਟ ਜਾਂ ਸਪੈਸ਼ਲ ਸਿੰਬਲ ਜਾਂ ਸਪੇਸ ਵੀ ਦੇਣੀ ਹੈ, ਉਹ ਅਸੀਂ ਸਿੰਗਲ ਇਨਵਰਟਡ ਕੋਮਾਸ ਦੇ ਵਿੱਚ ਦੇਣੀ ਹੈ। ਜਿਹੜੇ ਤੁਹਾਡੇ ਦੋਨੋਂ ਇਨਵਰਟਡ ਕੋਮਾਸ ਹੈ ਉਹ ਲੈਫਟ ਸਾਈਡ 'ਤੇ ਪੁਆਇੰਟ ਹੋਣੇ ਚਾਹੀਦੇ ਹੈ। ਦਿਸ ਇਜ਼ ਰੋਂਗ, ਦਿਸ ਇਜ਼ ਰੋਂਗ। ਜੇ ਤੁਸੀਂ ਇਸ ਤਰ੍ਹਾਂ ਦਿੰਦੇ ਹੋ, ਦਿਸ ਇਜ਼ ਰਾਈਟ। ਠੀਕ ਹੈ, ਜਿਹੜੇ ਦੋਨੋਂ ਇਨਵਰਟਡ ਕੋਮਾਸ ਹੈ ਉਹ ਤੁਹਾਡੇ ਲੈਫਟ ਸਾਈਡ 'ਤੇ ਪੁਆਇੰਟ ਹੋਣੇ ਚਾਹੀਦੇ ਹੈ। ਤਾਂ ਤੁਹਾਡਾ ਜਿਹੜਾ ਇਹ ਹੈਗਾ ਐਲਫਾ ਦੇ ਵਿੱਚ ਅਸੀਂ ਐਸ ਜਿਹੜਾ ਐਲਫਾਬੈਟ ਅਸੀਂ ਸਟੋਰ ਕੀਤਾ ਹੈ, ਤਾਂ ਮੈਮਰੀ ਦੇ ਵਿੱਚ ਜਿਹੜੀ ਸਪੇਸ ਬਣੇਗੀ, ਮੈਮਰੀ ਦੇ ਵਿੱਚ ਤੁਹਾਡਾ ਜਿਹੜਾ ਐਲਫਾ ਨੇ
ਕੀ ਕੀਤਾ, ਐਸ ਸਟੋਰ करता। ओके हुण जे असीं ये भी दिंदे आ कैर एल्फा दे विच ਅਸੀਂ ਮੰਨ ਲਓ ਕੁਐਸਚਨ ਮਾਰਕ ਸਟੋਰ ਕਰ ਦਿੰਦੇ ਆ। ਕੁਐਸਚਨ ਮਾਰਕ ਨੂੰ ਵੀ ਤੁਸੀਂ ਕਿਹਦੇ 'ਚ ਲਿਖੋਗੇ, ਸਿੰਗਲ ਇਨਵਰਟਡ ਕੋਮਾਸ ਦੇ ਵਿੱਚ। ਤਾਂ ਇੱਥੇ ਕੀ ਸਟੋਰ ਹੋ ਜਾਏਗਾ ਫਿਰ, ਕੁਐਸਚਨ ਮਾਰਕ ਸਟੋਰ। ਠੀਕ ਹੈ, ਤਾਂ ਹੁਣ ਕੈਰ ਦੇ ਵਿੱਚ ਅਸੀਂ ਸਿੰਗਲ ਸਪੇਸ ਨੂੰ ਵੀ ਮੰਨ ਲਓ ਅਸੀਂ ਸਪੇਸ ਦੇਤੀ, ਖਾਲੀ ਸਪੇਸ ਹੈ ਸਾਡੇ ਕੋਲੇ, ਤੇ ਅਸੀਂ ਉਹਨੂੰ ਇਨਵਰਟਡ ਕੋਮਾਸ ਦੇ ਵਿੱਚ ਪਾਤਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਜਿਹੜੇ ਸਾਡਾ ਵੇਰੀਏਬਲ ਹੈ ਖਾਲੀ ਹੈ, ਵੀ ਇਹਦਾ ਕੋਈ ਮੁੱਲ ਨਹੀਂ ਹੈਗਾ, बट स्पेस भी एज अ करैक्टर ही काउंट होगी। तो स्पेस भी इत्थे जाके स्टोर होगी, स्पेस की भी अपनी एक वैल्यू है जिहड़ी कि अल्फा नूं मिलू। समझ आ गई। जे असीं इस तरह लिखते हैं कैर एल्फा इज इक्वल टू 1, 1 नूं असीं सिंगल इनवर्टेड कॉमा च पा देने। हुण तुसीं कहोगे मैम ये तो इंटीजर वैल्यू है 1, 1 तो इंटीजर वैल्यू है, तो इत्थे 1 जाके सीधी स्टोर हो जाऊगी। तुसीं इत्थे कॉमे क्यों पाए है, जे असीं इत्थे कॉमे पाते तो 1 की है करैक्टर कॉन्सटेंट बन गया, ये इंटीजर वैल्यू नहीं रहूगी। जिहड़ी भी चीज़ तुसीं सिंगल इनवर्टेड कॉमास दे विच पा दोगे वो तुहाडी की बन जानी है, करैक्टर कॉन्सटेंट बन जानी है। ओके, तो करैक्टर कॉन्सटेंट तुसीं कहोगे हुण इंटीजर वैल्यू तो करैक्टर कॉन्सटेंट्स के कोमा पाने वाली वैल्यू च की फर्क है बेटा। तुसीं अपनी बुक्स के पिछे देखोगे +1 वाले बच्चे बुक्स के विच तुहाडे तो स्काई चार्ट दिता होया है। स्काई चार्ट ਦੇ ਵਿੱਚ ਤੁਸੀਂ ਦੇਖੋਗੇ ਤੁਹਾਡੇ ਜਿਹੜੇ ਹਰੇਕ ਅਲਫਾਬੈਟ ਦੀ ਕੋਈ ਨੂਮੈਰੀਕਲ ਵੈਲਿਊ ਹੈਗੀ ਹੈ। ਲਾਈਕ ਆਈ ਥਿੰਕ ਕੈਪੀਟਲ ਏ ਦੀ 65 ਤੋਂ ਸਟਾਰਟ ਹੁੰਦੀ ਹੈ ਐਂਡ ਸਮਾਲ ਏ ਦੀ 97 ਤੋਂ ਸਟਾਰਟ ਹੁੰਦੀ ਹੈ। ਤਾਂ ਇਹ ਨੂਮੈਰੀਕਲ ਵੈਲਿਊਜ਼ ਹੀ ਇੱਥੇ ਜਾ ਕੇ ਮੈਮਰੀ 'ਚ ਅੱਗੇ ਕੈਲਕੂਲੇਟ ਹੋਣਗੀਆਂ, ਭਾਵੇਂ ਤੁਸੀਂ ਇੱਥੇ ਐਸ ਦੇ ਦਿਓ ਜਾਂ ਪੀ ਦੇ ਦਿਓ। ਸਮਝ ਆ ਗਈ ਤੁਹਾਨੂੰ। ਨੈਕਸਟ ਹੈ ਸਟ੍ਰਿੰਗ ਕਰੈਕਟਰ ਕੌਨਸਟੈਂਟ। ਵੈਸੇ ਸਟ੍ਰਿੰਗ ਵਾਲਾ ਚੈਪਟਰ ਹੈ ਜਿਹੜਾ ਉਹ ਡਿਟੇਲ ਦੇ ਵਿੱਚ +2 'ਚ ਆਉਂਦਾ ਹੈ ਤੁਹਾਡੇ ਕੋਲੇ, पर थोड़ा जिहा आपां इहदे बारे डिस्कस करते हैं, थानू करैक्टर कॉन्सटेंट ज़्यादा क्लीयर हो जाएंगे। जिहड़ा स्ट्रिंग करैक्टर कॉन्सटेंट है उहदे विच वैल्यूज़ इस तरह स्टोर होणगियां। आई लाइक माई बुक। हुण पहलां मैं थोड़ा जिहा तुहानू स्ट्रिंग बारे दसां। स्ट्रिंग की हुंदा है, स्ट्रिंग की हुंदा है कलैक्शन ऑफ करैक्टर इज़ कॉल्ड स्ट्रिंग। जो एक तो ज़्यादा करैक्टर्स एक जगह ते इकट्ठे हो जान उन्होंने असीं की कहांगे, स्ट्रिंग कहांगे। हुण मैं स्ट्रिंग नूं डबल कॉमिਆਂ ਦੇ ਵਿੱਚ पाया, सारी साडी स्ट्रिंग बन गई। करैक्टर नूं किहदे च पांदे सी, सिंगल इनवर्टेड कॉमिਆਂ च पांदे सी। जिहड़ी साडी स्ट्रिंग है ਉਹਨੂੰ ਅਸੀਂ ਕਿੱਥੇ ਪਾਉਂਦੇ ਆ, डबल इनवर्टेड कॉमास ਦੇ ਵਿੱਚ ਪਾਉਂਦੇ ਆ स्ट्रिंग ਨੂੰ। ਤਾਂ ਤੁਸੀਂ ਕਿਵੇਂ ਲਿਖੋਗੇ ਇਹਨੂੰ, ਮੰਨ ਲਓ ਇਹ ਲਿਖਤਾ ਤੇ ਮੈਂ ਤੁਹਾਨੂੰ ਪੁੱਛਦੀ ਆ, ਮੰਨ ਲਓ ਦੱਸੋ ਬੱਚਿਓ ਕਿ ਮੈਨੂੰ ਇਸ स्ट्रिंग ਦੇ ਵਿੱਚ ਕਰੈਕਟਰ ਕਾਊਂਟ ਕਰਕੇ ਦੱਸੋ ਕਿੰਨੇ ਆ। तो तुसी किवें काउंट करोगे, 1 2 3 4 5 6 7 8 9 10 11। तुसी कहोगे मैम ये तो 11 है, बट इट इज़ रॉन्ग आंसर। तुसी स्पेसिस भी काउंट करनी है। ठीक है, हुण काउंट करो 1 2 3 4 5 6 7 8 9 10 11 12 13 14। तो ये जिहड़ी स्ट्रिंग है उहदे विच किन्ने करैक्टर्स है तुहाडे, 14 करैक्टर्स है। हुण तुहानूं करैक्टर कॉन्सटेंट मैनूं लगदा ज़्यादा समझ आए होने हैं कि तुहाडी ईवन सिंगल स्पेस भी तुहाडी की होएगी करैक्टर कॉन्सटेंट दे विच काउंट होगी। ये भी अपने आप दे विच की है, एक करैक्टर है। ठीक है, तो बच्चों ये तुहाडा जिहड़ा सारा सीगा ये तुहाडा कॉन्सटेंट्स दे बारे सी। हुण लगदा तुहानूं डाटा टाइप्स वेरीएबल की तरह समझ आ गए होने हैं। एक टर्म होर यूज़ होंदी है डेलीमीटर्स। डेलीमीटर्स की है थोड़ा जिहा मैं दसूँगी डेलीमीटर्स बारे भी। तुसी प्रोग्राम बनाया फस्ट चैप्टर दे विच कोई भी, तो उहदे विच तुसी डेलीमीटर्स ऑलरेडी यूज़ करके आए हो। डेलीमीटर्स किहड़े हुंदे हैं, डेलीमीटर्स किहड़े है, तुसी स्पैशल सिंबल यूज़ करके आए हो ना प्रोग्राम। सब तो पहला तुसी हैच लगाना सीखिया, फिर तुसी करली ब्रेसिस लगाइया। ठीक है, फिर तुसी पैरेंथेसिस का भी लगाना सीखिया। ठीक है, तो ये सारियां हैश करली ब्रेसिस पैरेंथेसिस हो गई। ठीक है, ये सब तुहाडे की है डेलीमीटर्स है, की है तुहाडे डेलीमीटर्स। तो इन्हां नूं तुसीं याद रखना अपने डेलीमीटर्स नूं। हुण थोड़ी जी मैं एक प्रोग्राम की वर्किंग बारे तुहानूं दसूँगी। तुहानूं मैं छोटा जिहा प्रोग्राम बना के दिखानी आ जिहदे विच तुसीं कॉन्सटेंट वेरीएबल्स ते डेटा टाइप्स तो यूज़ करोगे। तो सब तो पहला मैं एक प्रोग्राम बनानी आ, सम ऑफ 2 नंबर्स। तुहानूं मैं प्रोग्राम दसदी आ ते मतलब सोर्स प्रोग्राम, मैमरी प्रेजेंटेशन एंड आउटपुट प्रोग्राम दसूँगी। ठीक है, तो सब तो पहला असी प्रोग्राम दे विच की लगाने होंदे आ, हैडर फाइल्स। तो हैडर फाइल लगाने लई असी तुहानूं दसदे आ कि असी इस तरह लिखते होंदे आ, हैश इनकलूड stdio.h। मैं 2 हैडर फाइल्स लगा रही हाँ, हैश इनकलूड conio.h, void main।
ठीक है। उस तो बाद हम देखो सम ऑफ 2 नंबर्स का प्रोग्राम आप बना रहे हैं तो सानू की चाहिए, तुसी प्रोग्राम ਨੂੰ ਬਣਾਉਣ ਲੱਗਿਆ सोचना किवें है, ਸਾਨੂੰ ਅਸੀਂ ਕੀ करना है बच्चों, ਅਸੀਂ 2 नंबर्स ਦਾ ਸਮ करना है, ਉਹਨਾਂ ਨੂੰ ਐਡ करना है। तो ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦੇ ਹੈ, 2 ਨੰਬਰਸ ਚਾਹੀਦੇ ਹੈ। पर ਸਾਨੂੰ 1-2 ਨੰਬਰਸ ਜਿਹੜੇ ਚਾਹੀਦੇ ਹੈ ਉਹ ਕਿਸੇ ਨਾ ਕਿਸੇ ਸਾਨੂੰ ਵੇਰੀਏਬਲ 'ਚ ਪਾਣੇ ਪੈਣਗੇ ਤਾਂ ਹੀ ਕੈਲਕੂਲੇਸ਼ਨ ਹੋਊਗੀ। ਚਲੋ 2 ਨੰਬਰ ਅਸੀਂ ਕਿਸੇ ਵੇਰੀਏਬਲ 'ਚ ਪਾਤੇ, ਉਹਨਾਂ ਦਾ ਸਮ ਹੋ ਗਿਆ, ਇੱਕ ਨਵਾਂ ਨੰਬਰ ਬਣ ਗਿਆ ਨਾ ਸਮ ਹੋਣ ਤੋਂ ਬਾਅਦ। ਤਾਂ ਜਿਹੜਾ ਨਵਾਂ ਨੰਬਰ ਹੈ ਉਹਨੂੰ ਵੀ ਅਸੀਂ ਕਿਸੇ ਨਾ ਕਿਸੇ ਵੇਰੀਏਬਲ 'ਚ ਪਾਵਾਂਗੇ, ठीक है। तो उन्होंने किसी वेरीएबल च पाने वास्ते सानू एक वेरीएबल होर चाहिए, तो सानू टोटल कितने वेरीएबल्स चाहिए हैं, 3। तो असीं इंटीजर टाइप दे लै लैंदे, इन्हां दी वैल्यू फिक्स कर दिंदे मान लो x इज़ इक्वल टू 2, y इज़ इक्वल टू 5, तो एक असीं सम नाम का एक वेरीएबल खाली ले लिया। देखो x इज़ इक्वल टू 2, y इज़ इक्वल टू 5, सम नाम का वेरीएबल असीं खाली ले लिया। इत्थे तुसीं देखो x ने मैमरी च जगह बना ली, y ने मैमरी च जगह बना ली, सम ने मैमरी च जगह बना ली, ठीक है। x की वैल्यू कितनी सीगी 2, y की वैल्यू कितनी सीगी 5, सम की कोई वैल्यू आई सी नहीं, वो उन्हें अपनी स्पेस ऑकूपाई करके रखी हुई है। उस तो बाद क्लीयर स्क्रीन फंक्शन लगाया असी। क्लीयर स्क्रीन फंक्शन तुहानूं पता होगा कि असी क्यों लगाने आ। असी जो प्रोग्राम रन करते हैं तो असी जो पहला प्रोग्राम रन करके हटते हैं तो नवा प्रोग्राम बनाने तो कई बार की होंगे पिछले प्रोग्राम की आउटपुट साडे नवे प्रोग्राम की आउटपुट के नाल क्लैश हो जाती है कि वो भी आउटपुट पई होंदी है तो साडे प्रोग्राम की भी आउटपुट आ जाती है उत्थे। तो असी जो चाहते हैं कि साडे जिहड़े पिछले प्रोग्राम की आउटपुट सी वो स्क्रीन क्लीयर हो जाए तो असी उस दे लई किहड़ा फंक्शन लगाने होंदे आ क्लीयर स्क्रीन। ये किहड़ी हैडर फाइल च पिया हुंदा है, conio.h हैडर फाइल दे विच पिया हुंदा है। उस तो बाद असी करनी है एक्चुअल प्रोसैसिंग की सम करना है। हुण असी सम करो किहदा करो x ते y दा। एक्स के जिहड़ी वैल्यू पई सी ते वाई दे विच जिहड़ी वैल्यू पई सी, एक्स के किहड़ी वैल्यू पई सी 2, वाई दे विच किहड़ी वैल्यू पई सी 5, 2 + 5 कितना हो गया 7। तो सम दे विच कितना स्टोर हो गया मैमरी दे विच 7, सम नूं भी वैल्यू मिल गई ना 7, बट ये साडी मैमरी दे विच पई सी, कित्थे सी साडी ये मैमरी च, जिहड़ी कि सानूं दिखाई नहीं दिंदी। कंप्यूटर अपनी अंदर कंप्यूटर की मैमरी दे विच यह काम चल रहा हुंदा है। उस तो बाद असीं इहनूं साडे कोल जिहड़ी वैल्यू कैलकुलेट तो होगी पर वो कित्थे पई है कंप्यूटर की मैमरी दे विच पई है। हुण इस वैल्यू नूं चक के असीं अपनी जिहड़ी साडी आउटपुट स्क्रीन है उत्थे प्रिंट कराउणा चाहुंदे आ भी सानूं दिखे साडी कैलकुलेट कीती हुई वैल्यू। तो उहदे लई असीं अपना आउटपुट फंक्शन printf लगावांगे। इहदे विच असीं जो भी प्रिंट कराउणा चाहुंदे आ मान लो सम इज़ इक्वल टू, ठीक है। असीं आए चाहुंदे आ कि आउटपुट स्क्रीन ते इस तरह लिखिया आवे सम इज़ इक्वल टू, तो जो भी असी प्रिंटिंग चाहते हैं वो असी कॉमिया तो बाद इतने प्रिंटिंग जो भी लिखाना चाहते हैं वो लिखा सकते हैं। इक्वल टू लगाया, उस तो बाद असी फॉर्मेट स्पैसीफिकेशन लगावांगे। फॉर्मेट स्पैसीफिकेशन बारे मैं तुहानूं पहलां दस्सिया सीगा। हुण साडा जिहड़ा नतीजा है सम दे विच पिया ना, अपनी आउटपुट किहदे च पई है सम च पई है, ठीक है। तो हुण वो किहड़े टाइप का है इंटीजर टाइप का। इंटीजर टाइप लई किहड़ी फॉर्मेट स्पैसीफिकेशन यूज़ होंदी है %d। वैल्यू कित्थों लैनी है सम तो, सम कोल वैल्यू पई है साडी, असी वो वैल्यू सम तो लैनी है। फिर असी get फंक्शन लगावांगे, फिर असी करली ब्रेसिस लगा के इनू एंड करांगे। जिहड़ा get फंक्शन है वो असी क्यों लगाने आ, जिहड़ा get फंक्शन है असी तां लगाने आ कि जिहड़ी साडी आउटपुट स्क्रीन है उन्नी देर तक साडे सामने स्टेबल रहे जिन्नी देर तक असी चाहुंदे आ असी उहनूं देख सकते हैं, ठीक है। तो get फंक्शन लगाउण तो बाद असी इस करली ब्रेस नूं बंद करके असी प्रोग्राम की एंडिंग करांगे। हुण देखो इहदे विच इंट की है तुहाडा डेटा टाइप, एक्स वाई ते सम की है थोड़े वेरीएबल्स, 2 एंड 5 थोड़े की है कॉन्सटेंट्स, की है थोड़े कॉन्सटेंट्स, इन्हों की वैल्यू इस तरह फिक्स रहूगी। कैलकुलेशन हुई सम इज़ इक्वल टू 7 स्टोर हो गया। printf सम इज़ इक्वल टू वैल्यू कित्थों लैनी है सम तो, सम कोल कितनी पई सी 7, तो %d ने सम तो वैल्यू चक ली। तो इत्थे साडे कोल जिहड़ी आउटपुट स्क्रीन ते ये साडी आउटपुट स्क्रीन जिहड़ी कि सानू शो होगी उत्थे की आ जाएगा सम इज़ इक्वल टू 7, साडी ये वाली आउटपुट आ गई। हुण आई थिंक तुहानूं चंगी तरह समझ आ गए होने कि अज दा जिहड़ा टॉपिक साडा सीगा कॉन्सटेंट वेरीएबल्स ते डेटा टाइप्स का, तुहानूं मैं प्रोग्राम के थ्रू भी समझाता कि कित्थे असी कॉन्सटेंट यूज़ करते हैं, कित्थे असी वेरीएबल ते कित्थे असी डेटा टाइप्स नूं यूज़ करते हैं। तो बच्चों ये तुहाडे प्रोग्राम दी बेसिक टर्मिनोलॉजी है, बेसिक गल्लां ने जिहड़ियां कि तुहाडे हरेक चैप्टर के प्रोग्राम्स दे विच यूज़ होणीआं। तुसीं मेरा लैक्चर ध्यान नाल सुनिया होगा, उन्हें समझिया होगा, 1-2 बार जरूर सुनियो, फिर तुहानूं ये सारियां टर्मिनोलॉजी चंगी तरह समझ आ जाणगियां। ते तुहाडे नैक्सट चैप्टर दी वीडियो आउण तो पहलां तुसीं इस चैप्टर नूं चंगी तरह अंडरस्टैंड करना है, तुहानूं अगले चैप्टर बड़े ध्यान नाल चंगी तरह समझ आ जाने। थैंक यू बच्चों, बाय बाय।